हाँ जी दोस्तों, जिवें कि तुहानूं पता कि अपना अगस्त दे विच कांस्टेबल दा पेपर आ ते अपने लगातार जिहड़े ऑफलाइन पेपर लै रहे हैं ਉਹਦੇ ਵਿੱਚ अपना ਅੱਜ ਸੈਕਿੰਡ अपना मॉक टेस्ट ਸੀ ਜਿਹਦੇ ਵਿੱਚ ਆਪਾਂ ਮੈਥ ਤੇ ਰੀਜ਼ਨਿੰਗ ਦੀ ਕੁਐਸਚਨ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ ਆਪਣੇ ਕੋਲ 36 ਸੀ। ਇਹਦੇ ਵਿੱਚ ਕੀ ਆਪਾਂ ਨੂੰ ਇੱਕ ਟੇਬਲ ਬਣਾਇਆ ਹੋਇਆ ਸੀ। ਟੇਬਲ ਦੇ ਅਕੋਰਡਿੰਗ ਆਪਾਂ ਨੂੰ ਕੁਐਸਚਨ ਪੁੱਛਿਆ ਹੋਇਆ ਸੀ ਕੀ ਕਹਿੰਦੇ ਆ ਹੂ ਹੈਜ਼ ਦਾ ਲੀਸਟ weight ਟੂ ਹਾਈਟ ਰੇਸ਼ੋ। ਆਪਾਂ ਉਹ ਬੰਦਾ ਦੇਖਣਾਗਾ ਜਿਹਦੀ ਸਭ ਤੋਂ ਘੱਟ ਹਾਈਟ ਸੀ ਤੇ ਸਭ ਤੋਂ ਘੱਟ weight ਸੀ, ਉਹਦਾ ਆਪਾਂ ਰੇਸ਼ੋ ਉਹਦੀ ਆਪਾਂ ਹਾਈਟ ਕਿਹੜਾ ਬੰਦਾ ਜਿਹਦੀ ਸਭ ਤੋਂ ਘੱਟ weight ਸੀ ਤੇ ਸਭ ਤੋਂ ਘੱਟ ਹਾਈਟ ਸੀ, ਆਪਾਂ ਉਹ ਪਰਸਨ ਦਾ ਨਾਮ ਦੱਸਣਾਗਾ। ਹੁਣ ਦੇਖੋ ਆਪਣੇ ਕੋਲ ਕੀ ਆ, ਜਿਹੜੀ ਸੀਮਾ ਗਈ ਇਹਦਾ weight ਕਿੰਨਾ 57 ਸਭ ਤੋਂ ਘੱਟ ਹੈ ਤੇ ਹਾਈਟ 1.51 ਮੀਟਰ। ਤਾਂ ਜਿਹੜੀ ਆਪਣੇ ਕੋਲ ਇਹਦਾ ਆਨਸਰ ਕੀ ਆਊਗਾ ਸੀਮਾ, ਕਿਉਂਕਿ ਜਿਹੜਾ ਸੀਮਾ ਗਈ ਉਹਦਾ weight ਵੀ ਸਭ ਤੋਂ ਘੱਟ ਆ ਤੇ ਸਭ ਤੋਂ ਘੱਟ ਕੀ ਇਹਦੀ ਹਾਈਟ ਵੀ ਆ, ਤਾਂ ਆਪਣੇ ਕੋਲ ਆਨਸਰ ਕੀ ਆਊਗਾ ਸੀਮਾ ਵਾਲਾ। ਸੈਕੰਡ ਦੇਖਦੇ ਆਪਾਂ, ਇਹਦੇ ਵਿੱਚ ਕੀ ਆ ਫਾਈਂਡ ਦਾ ਐਵਰੇਜ। ਆਪਾਂ ਐਵਰੇਜ ਮਤਲਬ ਔਸਤ ਪਤਾ ਕਰਨੀ ਹੈ। ਕਿਹਦੀ ਔਸਤ ਪਤਾ ਕਰਨੀ ਆ? weight of all candidate, ਜਿੰਨੇ ਵੀ ਕੈਂਡੀਡੇਟ ਹੈ ਸਾਰਿਆਂ ਦੇ weight ਆਪਾਂ ਔਸਤ ਪਤਾ ਕਰਨੀ ਆ। ਔਸਤ ਦਾ ਕੀ ਫਾਰਮੂਲਾ ਹੁੰਦਾ ਬੱਚਿਓ? ਆਪਣੇ ਕੋਲ ਔਸਤ ਦਾ ਫਾਰਮੂਲਾ ਹੁੰਦਾ, ਅਗਰ ਆਪਾਂ ਔਸਤ ਪਤਾ ਕਰਨੀ ਹੋਵੇ ਆਪਾਂ ਕਹਾਂਗੇ ਇਹਦਾ ਟੋਟਲ ਜੋੜ ਹੁੰਦਾਗਾ ਅਪੌਨ ਜਿੰਨੇ ਨੰਬਰ ਹੋਵੇ, ਠੀਕ ਆ। ਇਹ ਆਪਣੇ ਕੋਲੇ ਔਸਤ ਹੁੰਦੇ ਆ। ਹੁਣ ਆਪਾਂ ਸਾਰਿਆਂ ਨੂੰ ਐਡ ਕਰਦੇ ਆ। ਕਿਹਦੀ ਔਸਤ ਪਤਾ ਕਰਨੀ ਆ? weight ਦੀ। weight ਦੇਖੋ ਜੋੜਦੇ ਆ, 1 ਤੇ 7 ਕਿੰਨਾ 8, 8 ਤੇ 7 ਕਿੰਨਾ ਹੋ ਗਿਆ ਆਪਣੇ ਕੋਲੇ 15, 15 ਦੇ 3 ਕਿੰਨਾ ਹੋ ਗਿਆ 8, 18 ਆ ਗਿਆ। ਉਸ ਤੋਂ ਬਾਅਦ ਅੱਗੇ ਜੋੜਦੇ ਆ 6 ਤੇ 6 12, 12 ਤੇ ਕਿੰਨਾ ਆ ਗਿਆ 18 ਤੇ 24 ਤੇ 1 ਕਿੰਨਾ ਆ ਗਿਆ 25। ਟੋਟਲ weight ਕਿੰਨਾ ਹੋ ਗਿਆ ਆਪਣੇ ਕੋਲੇ 258, ਠੀਕ ਆ। ਕਿੰਨੇ ਕੈਂਡੀਡੇਟ ਨੇ ਆਪਣੇ ਕੋਲੇ? 1 2 3 4, 4 ਕੈਂਡੀਡੇਟ ਨੇ। ਆਪਾਂ ਕੀ ਕਰਾਂਗੇ 4 ਦੇ ਨਾਲ ਡਿਵਾਈਡ ਕਰ ਦਾਂਗੇ। 6 ਚੌਕਾ 24, 1 ਬਚ ਗਿਆ, ਚੌਕ ਚੌਕੀ 16, ਠੀਕ ਹੈ। ਕਿੰਨੇ ਬਚ ਗਏ ਸੀ? 2 ਪੁਆਇੰਟ ਲਾਇਆ ਤੇ 5 ਚੌਕਾ 20, 5 ਚੌਕਾ 20। ਆਪਣੇ ਕੋਲ ਆਨਸਰ ਕਿੰਨਾ ਹੋਊਗਾ 64.5। ਬੱਚੋ ਆਨਸਰ ਕਿੰਨਾ ਹੋਊਗਾ ਆਪਣਾ 64.5, ਜਿਹੜਾ ਕਿ ਸੀ ਵਾਲਾ ਆਨਸਰ। ਤਾਂ ਜਿਹੜਾ ਕੁਐਸਚਨ ਨੰਬਰ ਆਪਣੇ ਕੋਲ 36 ਦਾ 36, ਉਹ ਜਿਹੜਾ ਆਨਸਰ ਕੀ ਆਊਗਾ ਉਹ ਆਪਣੇ ਕੋਲੇ ਸੀ ਵਾਲਾ। ਉਸ ਤੋਂ ਅੱਗੇ ਦੇਖਦੇ ਆਪਾਂ। ਹਾਂਜੀ, ਆਪਾਂ ਨੂੰ ਕਿਹਾਗਾ ਜੇਕਰ ਇੱਕ ਵਰਗ ਦੀ ਹਰੇਕ ਪਾਸੇ ਨੂੰ 30% ਵਧਾ ਦਿੱਤਾ ਜਾਵੇ, ਵਰਗ ਦਾ ਹਰੇਕ ਪਾਸਾ 30% ਵਧਾ ਦਿੱਤਾ ਜਾਵੇ, ਉਹਦੇ ਖੇਤਰਫਲ ਤੇ ਕਿੰਨਾ ਇਫੈਕਟ ਹੋਊਗਾ। ਦੇਖੋ ਬੱਚਿਓ ਵਰਗ ਹੁੰਦਾ ਆਪਣੇ ਕੋਲ ਇਸ ਤਰ੍ਹਾਂ, ਵਰਗ ਦਾ ਮਤਲਬ ਕੀ ਹੁੰਦਾ? ਸਾਰੀਆਂ ਸਾਈਡਾਂ ਉਹਦੀਆਂ ਬਰਾਬਰ ਹੁੰਦੀਆਂ ਨੇ। ਵਰਗ ਕੀ ਹੁੰਦਾ ਬੱਚਿਓ? ਸਾਰੀਆਂ ਸਾਈਡਾਂ ਉਹਦੀਆਂ ਬਰਾਬਰ ਹੁੰਦੀਆਂ, ਸਾਰੀਆਂ ਭੁਜਾਂ ਕੀ ਹੁੰਦੀਆਂ ਨੇ? a ਹੁੰਦੀਆਂ ਨੇ। ਜੇ ਆਪਾਂ ਉਹਦੇ ਖੇਤਰਫਲ ਦੀ ਗੱਲ ਕਰੀਏ, ਖੇਤਰਫਲ ਕੀ ਹੁੰਦਾ? a ਦੀ ਸਕੁਅਰ। ਖੇਤਰਫਲ ਕੀ ਹੁੰਦਾ? a ਦੀ ਸਕੁਅਰ। a ਦੀ ਸਕੁਅਰ ਦਾ ਮਤਲਬ ਬੱਚਿਓ ਕੀ ਹੈ? ਭੁਜਾ ਗੁਣਾ ਭੁਜਾ, ਭੁਜਾ ਗੁਣਾ ਭੁਜਾ। ਹੁਣ ਅੱਗੇ ਉਹਨਾਂ ਨੇ ਕੀ ਕਿਹਾਗਾ ਆਪਾਂ ਨੂੰ ਕਿ ਜੇ ਆਪਾਂ 30% ਵਧਾ ਦਈਏ, 30% ਦਾ ਮਤਲਬ ਆਪਣੇ ਕੋਲ ਬੱਚਿਓ 30% ਦਾ ਮਤਲਬ ਕੀ ਹੋਊਗਾ? ਬਟਾ 100 ਲਗਾਵਾਂਗੇ ਤਾਂ ਆਪਣੇ ਕੋਲ ਕੀ ਹੋਊਗਾ ਕਿ ਜਿਹੜੀ ਆਪਣੇ ਕੋਲ ਲੰਬਾਈ ਪਹਿਲਾਂ 10 ਸੀ ਉਹ ਕਿੰਨੀ ਕਰਤੀ 13 ਕਰਤੀ। 30% ਵਧਣ ਦਾ ਮਤਲਬ ਕਿੰਨਾ ਹੋ ਗਿਆ? 10 ਤੋਂ 13 ਹੋ ਗਿਆ। ਤਾਂ ਕਿੰਨੇ ਵਾਰੀ ਹੋਊਗਾ? 2 ਵਾਰੀ, ਕਿਉਂਕਿ ਏਰੀਆ ਕੀ ਹੁੰਦਾ? a ਗੁਣਾ a। ਤਾਂ ਆਪਾਂ ਕਹਾਂਗੇ 10 ਤੋਂ 13, 10 ਤੋਂ 13 ਕਿੰਨੇ ਵਾਰੀ? 2 ਵਾਰੀ। ਪਹਿਲਾਂ ਰੀਜਨਲ ਵੈਲਿਊ ਕਿੰਨੀ ਸੀ? 10 ਗੁਣਾ 10 ਕਿੰਨੀ ਬੱਚਿਓ 100। ਹੁਣ ਕਿੰਨੀ ਹੋਗੀ? 13 ਦੀ 13 ਦੇ ਨਾਲ ਗੁਣਾ ਕਰਾਂਗੇ, ਕਿੰਨਾ ਆ ਗਿਆ 169। ਹੁਣ ਦੇਖੋ ਕਿੰਨੇ ਪਰਸੈਂਟ ਦਾ ਫਰਕ ਪਿਆ? 100 ਤੋਂ ਕਿੰਨੀ ਹੋਈ 169, 69 ਦਾ ਫਰਕ ਪਿਆ ਕਿਹਦੇ ਪਿੱਛੇ? 100 ਪਿੱਛੇ, ਕਿਉਂਕਿ ਰੀਜਨਲ ਵੈਲਿਊ 100 ਸੀ, ਗੁਣਾ 100 ਕਰ ਰਹੇ ਬੱਚਿਓ ਪਰਸੈਂਟੇਜ ਵਾਸਤੇ। 100 ਦੇ ਨਾਲ 100 ਕੈਨਸਲ ਹੋ ਜਾਊਗਾ ਤਾਂ 69% ਆਪਣਾ ਬੱਚਿਓ ਆਨਸਰ ਆਊਗਾ। ਆਨਸਰ ਕੀ ਹੋਊਗਾ ਆਪਣਾ 69% ਆਪਣਾ ਆਨਸਰ ਆਊਗਾ, ਜਿਹੜਾ ਬੱਚਿਓ ਆਪਣਾ ਸੀ ਵਾਲਾ ਆਨਸਰ ਹੈ, ਠੀਕ ਹੈ। ਵੈਸੇ ਇਹਨੂੰ ਆਪਾਂ 2-3 ਤਰੀਕੇ ਨਾਲ ਹੋਰ ਵੀ ਕਰ ਸਕਦੇ ਹਾਂ। ਚਲੋ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਨੂੰ ਕਿ ਜਿਹਨੂੰ ਆਪਾਂ ਰੇਸ਼ੋ ਮੈਥਡ ਕਹਿੰਦੇ 10 ਤੋਂ 13, 10 ਤੋਂ 13 ਦੋ ਵਾਰ ਹੈ, ਕਿਉਂਕਿ ਆਪਣੇ ਕੋਲੇ ਬੱਚਿਓ ਫਾਰਮੂਲੇ ਦੇ ਵਿੱਚ ਜਿਹੜੀ a ਆ 2 ਵਾਰੀ ਆਉਂਦੀ ਹੈ a ਦੀ ਸਕੁਅਰ। ਜਿਹੜਾ ਆਪਣਾ 38ਵਾਂ ਕੁਐਸਚਨ ਆਉਂਦਾ ਬੱਚਿਓ 79 ਆਪਣਾ ਆਨਸਰ ਹੋਊਗਾ। ਅਗਲਾ ਦੇਖਦੇ ਆਪਾਂ। ਇਹਦੇ ਵਿੱਚ ਕੀ ਕਿਹਾਗਾ, ਜੇਕਰ ਕਹਿੰਦੇ 18 ਨੋਟਬੁੱਕਾਂ ਦੇ ਖਰੀਦ ਮੁੱਲ, 18 ਨੋਟਬੁੱਕਾਂ ਦਾ ਖਰੀਦ ਮੁੱਲ ਬੱਚਿਓ ਕਿਹਦੇ ਬਰਾਬਰ ਆ? 10 ਬੁੱਕਾਂ ਦੇ ਵੇਚ ਮੁੱਲ ਦੇ ਬਰਾਬਰ ਹੋਵੇ। 10 ਬੁੱਕਾਂ ਦੇ ਵੇਚ ਮੁੱਲ ਦੇ ਬਰਾਬਰ ਹੋਵੇ ਤਾਂ ਆਪਾਂ ਨੂੰ ਕਿੰਨੇ ਪਰਸੈਂਟ ਦਾ ਪ੍ਰੋਫਿਟ, ਮਤਲਬ ਕਿੰਨੇ ਪਰਸੈਂਟ ਦਾ ਆਪਾਂ ਨੂੰ ਲਾਭ ਹੋਊਗਾ। ਹੁਣ ਦੇਖੋ ਇਹਦੇ ਵਿੱਚ ਕੀ ਆ? ਖਰੀਦ ਮੁੱਲ ਲਿਖਿਆ ਹੋਇਆ ਬੱਚਿਓ, ਖਰੀਦ ਮੁੱਲ। ਖਰੀਦ ਮੁੱਲ ਆ ਜਿਹੜਾ ਆਪਣੇ ਕੋਲੇ ਉਹ ਕਿੰਨੀਆਂ ਕਿਤਾਬਾਂ ਦਾ ਲਿਖਿਆ ਹੋਇਆ? 18 ਦਾ। ਖਰੀਦ ਮੁੱਲ ਕਿੰਨੀਆਂ ਕਿਤਾਬਾਂ ਦਾ ਲਿਖਿਆ ਹੋਇਆ ਆਪਣੇ ਕੋਲੇ? 18 ਦਾ। ਉਹ ਕਿਹਦੇ ਬਰਾਬਰ ਹੈ? ਕਿਹਦੇ ਬਰਾਬਰ ਹੈ? 10 ਦੇ ਵੇਚ ਮੁੱਲ ਦੇ ਬਰਾਬਰ ਹੈ। 10 ਦੇ ਵੇਚ ਮੁੱਲ ਦੇ ਬਰਾਬਰ ਹੈ। ਤੁਸੀਂ ਕੀ ਦੇਖਣਾ? ਦੋਵਾਂ ਦੇ ਵਿੱਚ ਡਿਫਰੈਂਸ ਦੇਖਣਾ, ਅੰਤਰ ਦੇਖਣਾ। ਖਰੀਦੀਆਂ ਕਿੰਨੀਆਂ ਬੁੱਕਾਂ ਸੀ ਬੱਚਿਓ? ਆਪਾਂ 18 ਤੇ ਵੇਚੀਆਂ ਕਿੰਨੀਆਂ ਨੇ? 19 ਰੁਪਏ ਦੇ ਵਿੱਚ ਆਪਾਂ 10। ਦੋਵਾਂ ਦੇ ਵਿੱਚ ਅੰਤਰ ਕਿੰਨੇ ਦਾ ਬੱਚਿਓ? ਹਮੇਸ਼ਾ ਕਿੰਨੇ ਦਾ? 8 ਦਾ। ਹਮੇਸ਼ਾ ਥੱਲੇ ਕੀ ਲਿਖਣਾਗਾ? ਵੇਚੀਆਂ ਕਿੰਨੀਆਂ ਨੇ? ਵੇਚੀਆਂ ਕਿੰਨੀਆਂ ਨੇ ਬੱਚਿਓ? 10। ਪਰਸੈਂਟ ਲਈ ਗੁਣਾ ਆਪਾਂ 100 ਕਰਾਂਗੇ। ਪਰਸੈਂਟ ਲਈ ਗੁਣਾ ਬੱਚਿਓ ਆਪਾਂ 100 ਕਰਾਂਗੇ। 0 ਦੇ ਨਾਲ 0 ਕੱਟੀ ਜਾਊਗੀ, 10 ਦੀ ਗੁਣਾ ਕਰਾਂਗੇ ਤਾਂ ਕਿੰਨਾ ਹੋਊ ਬੱਚਿਓ? 80%। ਕਿੰਨਾ ਉਹ ਆਨਸਰ ਬੱਚਿਓ ਆਪਣਾ? 80% B ਵਾਲਾ ਆਪਣਾ ਆਨਸਰ ਆਊਗਾ। ਇਹਦੇ ਵਿੱਚ ਆਪਾਂ B ਵਾਲਾ ਆਨਸਰ ਕਰਾਂਗੇ। ਇਹਦੇ ਵਿੱਚ ਕਿਵੇਂ ਕਰਨਾ ਹੁੰਦਾ? ਜੇ ਆਪਾਂ ਨੂੰ ਇਸ ਤਰ੍ਹਾਂ ਦਾ ਬੱਚਿਓ ਕੋਈ ਵੀ
ਸਵਾਲ ਆਊਗਾ ਆਪਣੇ ਕੋਲ। ਜੇਕਰ ਬੱਚਿਓ ਆਪਣੇ ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਆਊਗਾ ਜਿਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੋਵੇ ਵੀ ਇੰਨੀਆਂ ਚੀਜ਼ਾਂ ਦਾ ਖਰੀਦ ਮੁੱਲ ਇੰਨੀਆਂ ਚੀਜ਼ਾਂ ਦੇ ਵੇਚ ਮੁੱਲ ਦੇ ਬਰਾਬਰ ਆ, ਉਹਦੇ ਵਿੱਚ ਤੁਸੀਂ ਕੀ ਕਰੋਗੇ, ਹਮੇਸ਼ਾ ਡਿਫਰੈਂਸ ਦੇਖੋ ਵੀ ਦੇਖੋ ਇੱਥੇ ਚੀਜ਼ਾਂ ਕੀ ਦਿੱਤੀਆਂ ਨੇ 18 ਤੇ ਵੇਚੀਆਂ ਕਿੰਨੀਆਂ ਨੇ ਬੱਚਿਓ 10, ਕਿੰਨੇ ਦਾ ਅੰਤਰ ਆ ਬੱਚਿਓ 8 ਦਾ, ਤਾਂ ਉੱਪਰ ਲਿਖੋਗੇ ਅੰਤਰ, ਥੱਲੇ ਲਿਖਣਾਗਾ ਜਿੰਨੀਆਂ ਆਪਾਂ ਵੇਚੀਆਂ ਨੇ, ਵੇਚੀਆਂ ਕਿੰਨੀਆਂ ਬੱਚਿਓ ਆਪਾਂ 10, ਤਾਂ ਥੱਲੇ ਲਿਖਣਾ 10। ਪਰਸੈਂਟੇਜ ਵਾਸਤੇ ਆਪਾਂ ਕੀ ਕਰਦੇ ਹੁੰਦੇ ਬੱਚਿਓ, ਗੁਣਾ 100 ਦੇ ਨਾਲ ਕਰਦੇ ਹੁੰਦੇ ਆ। ਗੁਣਾ ਆਪਾਂ 100 ਦੇ ਨਾਲ ਕਰਾਂਗੇ, 0 ਦੇ ਨਾਲ 0 ਕੱਟੇਗੀ, 8 ਦੀ 10 ਨਾਲ ਗੁਣਾ ਕਰਾਂਗੇ ਤਾਂ 80% ਆਪਣਾ ਆਨਸਰ ਆਊਗਾ। ਤਾਂ ਇਹਦੇ ਵਿੱਚ ਜਿਹੜਾ 39 ਆ ਉਹਦਾ B ਵਾਲਾ ਆਪਣਾ ਬਿਲਕੁਲ ਸਹੀ ਆਨਸਰ ਆ। ਅੱਗੇ ਦੇਖਦੇ ਆਪਾਂ, ਅੱਗੇ ਦੇਖੋ ਆਪਣੇ ਕੋਲ ਰੀਜ਼ਨਿੰਗ ਦਾ ਸਮ, ਇਹਦੇ ਵਿੱਚ ਕਹਿੰਦੇ ਜਿਹੜਾ ਸਨ ਹੈ ਉਹਨੂੰ ਆਪਾਂ ਕਾਹਦੇ ਨਾਲ ਲਿਖ ਰਹੇ ਹਾਂ, SUN ਨੂੰ, ਉਹਨੂੰ ਲਿਖ ਰਹੇ ਹਾਂ ਬੱਚਿਓ 108। ਠੀਕ ਆ, ਪਹਿਲਾਂ ਦੇਖੀਏ ਆਪਾਂ 108 ਕਿਵੇਂ ਬਣੂਗਾ। ਜਿਹੜਾ S ਹੁੰਦਾ ਕਿੰਨੇ ਨੰਬਰ ਤੇ ਹੁੰਦਾ ਬੱਚਿਓ, 19 ਨੰਬਰ ਤੇ। S ਤੋਂ ਬਾਅਦ STU, U ਕਿੰਨੇ ਤੇ ਹੁੰਦਾ ਬੱਚਿਓ 21 ਨੰਬਰ ਤੇ। N ਕਿੰਨੇ ਨੰਬਰ ਤੇ ਹੁੰਦਾਗਾ 14 ਤੇ। ਜੇਕਰ ਇਹਨਾਂ ਨੂੰ ਮੈਂ ਜੋੜਨਾ ਸ਼ੁਰੂ ਕਰਾਂ, ਦੇਖੋ 21 ਤੇ 19 ਬੱਚਿਓ ਕਿੰਨੇ ਹੋ ਗਏ ਆਪਣੇ ਕੋਲੇ 40, 40 plus 14 ਕਿੰਨਾ ਹੋ ਗਿਆ ਬੱਚਿਓ 54, 54 ਦੀ ਜੇ ਮੈਂ 2 ਨਾਲ ਗੁਣਾ ਕਰੂੰਗਾ ਤਾਂ ਕਿੰਨਾ ਬਣ ਗਿਆ 108। ਇਹਦਾ ਮਤਲਬ ਕੀ ਕੀਤਾ ਇਹਨਾਂ ਨੇ, ਨੰਬਰਾਂ ਜਿਹੜੇ ਨੰਬਰ ਨੇ ਉਹਨਾਂ ਨੂੰ ਲਿਖਿਆ, ਉਹਨਾਂ ਦਾ ਜੋੜ ਕਰਕੇ ਉਹਦਾ ਡਬਲ ਕਰਤਾ। ਤਾਂ ਦੇਖੋ 54 ਦਾ ਡਬਲ ਕਿੰਨਾ ਹੋਇਆ 108। ਤਾਂ ਇਹ ਸਾਰੇ ਇਸ ਤਰ੍ਹਾਂ ਕੀਤੇ ਹੋਣਗੇ। ਤਾਂ ਅੱਗੇ ਆਪਣੇ ਕੋਲ ਕੀ ਹੈ ਸਟਾਰ, ਆਪਾਂ ਲਿਖਾਂਗੇ STAR। ਠੀਕ ਆ, S ਕਿੰਨੇ ਬੱਚਿਓ 19, T ਕਿੰਨੇ ਬੱਚਿਓ 20, A ਕਿੰਨੇ ਬੱਚਿਓ 1, R ਕਿੰਨੇ ਤੇ ਹੁੰਦੀ ਹੈ ਬੱਚਿਓ 18 ਦੇ। ਇਹਨਾਂ ਨੂੰ ਆਪਾਂ ਜੋੜਦੇ ਆ, ਆਪਣੇ ਕੋਲੇ 19 ਤੇ 1 20 ਤੇ ਕਿੰਨਾ 40, 40 ਤੇ 18 ਕਿੰਨਾ ਆ ਗਿਆ ਬੱਚਿਓ 58, ਕਿੰਨਾ ਆ ਗਿਆ ਬੱਚਿਓ 58। 58 ਨੂੰ ਆਪਾਂ ਦੁੱਗਣਾ ਕਰਾਂਗੇ ਕਿਉਂਕਿ ਇੱਥੇ ਵੀ ਦੁੱਗਣਾ ਕੀਤਾ ਸੀ, ਜੇ ਆਪਾਂ ਦੁੱਗਣਾ ਕੀਤਾ ਤਾਂ ਕਿੰਨਾ ਬਣ ਗਿਆ 116। ਤਾਂ ਬੱਚਿਓ ਆਪਣਾ ਆਨਸਰ ਕਿੰਨਾ ਹੋਣਾ ਚਾਹੀਦਾ 116। ਤਾਂ ਸਟਾਰ ਨੂੰ ਕਿਹਦੇ ਨਾਲ ਲਿਖਾਂਗੇ 116 ਨਾਲ। ਤਾਂ ਆਪਣਾ ਇਹਦੇ ਵਿੱਚ C ਵਾਲਾ ਬਿਲਕੁਲ ਬੱਚਿਓ ਸਹੀ ਆਨਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਹਾਂਜੀ, ਇਹਦੇ ਵਿੱਚ ਕੀ ਕਿਹਾ ਹੋਇਆ ਆਪਾਂ ਨੂੰ, ਕਹਿੰਦੇ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜਿਹੜਾ 7 ਦੇ ਨਾਲ 11 ਦੇ ਨਾਲ ਅਤੇ 16 ਦੇ ਨਾਲ ਪੂਰਾ ਪੂਰਾ ਵੰਡਿਆ ਜਾ ਸਕਦਾ ਹੋਵੇ। ਠੀਕ ਆ, ਜਿਹੜੀ ਵੀ ਰਕਮ ਆਪਣੀ ਬੱਚਿਓ 7 ਦੇ ਨਾਲ 11 ਦੇ ਨਾਲ 13 ਦੇ ਨਾਲ ਤੇ 16 ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ, ਉਹ ਕਿਹੜੀ ਹੋ ਬੱਚਿਓ, ਉਹਦੀ ਐਲਸੀਐਮ ਹੋਊਗਾ। ਕੀ ਹੋਊਗਾ ਇਹਦਾ ਐਲਸੀਐਮ ਹੋਊਗਾ ਆਪਣੇ ਕੋਲੇ। ਤਾਂ ਇਹ ਕਿਹਦੀ ਗੱਲ ਕਰ ਰਿਹਾ, ਐਲਸੀਐਮ ਦੀ ਗੱਲ ਕਰ ਰਿਹਾ। ਜੇ ਮੈਂ ਲਿਖਾਂ ਇਹਨੂੰ 7 11 13 ਤੇ 16 ਇਹ ਲਿਖ ਦਾਂਗਾ, ਇਹਨੂੰ ਮੈਂ ਸੋਲਵ ਕਰਦਾ। ਦੇਖੋ ਪਹਿਲਾਂ ਐਲਸੀਐਮ ਦੀ ਵੈਲਿਊ ਕੱਢਦੇ ਆ, ਐਲਸੀਐਮ ਕਰਦੇ ਆ, ਪਹਿਲਾਂ 7 ਤੇ ਲੈ ਕੇ ਜਾਂਦੇ ਆ, 7 ਤੇ ਲੈ ਕੇ ਜਾਵਾਂਗੇ ਤਾਂ ਕਿੰਨਾ ਰਹਿ ਗਿਆ 1 11 13 ਤੇ 16। ਉਸ ਤੋਂ ਬਾਅਦ ਕਿੰਨੇ ਤੇ ਜਾਊਗਾ 11 ਤੇ 1 1 13 ਤੇ 16। ਉਸ ਤੋਂ ਬਾਅਦ ਬੱਚਿਓ ਕਿੰਨੇ ਤੇ ਜਾਊਗਾ ਇਹ 13 ਤੇ ਜਾਊ 1 1 1 16। ਉਸ ਤੋਂ ਬਾਅਦ ਕੱਲਾ 16 ਬਚ ਗਿਆ। ਦੇਖੋ 2 ਤੇ ਲੈ ਕੇ ਜਾਵਾਂਗੇ, 2 2 ਤੇ ਲੈ ਕੇ ਵੀ ਜਾਵਾਂਗੇ, ਫਿਰ ਵੀ 2 2 ਉਸ ਤਰ੍ਹਾਂ ਹੀ ਰਹੂਗਾ। ਇਹਨੂੰ ਆਪਾਂ ਸਿੱਧਾ 16 ਤੇ ਲੈ ਜਾਂਦੇ ਆ। ਆਪਣੇ ਕੋਲ ਕਿੰਨਾ 1 1, ਕਿਉਂਕਿ ਕਾਮਨ ਕੋਈ ਹੈ ਨਹੀਂਗਾ, ਕਾਮਨ ਕੋਈ ਹੈ ਨਹੀਂਗਾ। ਜੇ ਕਾਮਨ ਹੁੰਦਾ ਫਿਰ ਤਾਂ ਆਪਾਂ 2 ਤੇ ਲੈ ਕੇ ਜਾਂਦੇ ਜਾਂ 4 ਤੇ ਲੈ ਕੇ ਜਾਂਦੇ, ਕਾਮਨ ਹੁੰਦਾ ਤਾਂ ਇਹਨਾਂ ਦੀ ਸਿੱਧੀ ਗੁਣਾ ਕਰਾਂਗੇ, ਉਹ ਆਪਣਾ ਕੋਲੇ ਆਨਸਰ ਆਏਗਾ। ਜਦੋਂ ਦੇਖੋ ਆਪਾਂ 11 ਦੀ 7 ਨਾਲ ਕਰਾਂਗੇ ਤਾਂ ਕਿੰਨਾ ਬਣ ਗਿਆ 77 ਬੱਚਿਓ। ਠੀਕ ਆ, 77 ਦੀ ਕਿਹਦੇ ਨਾਲ ਕਰਦੇ ਆਪਾਂ 13 ਦੇ ਨਾਲ ਗੁਣਾ ਕਰਦੇ ਆ, 77 ਦੀ ਆਪਾਂ ਗੁਣਾ ਕਿਹਦੇ ਨਾਲ ਕਰਦੇ ਆ 13 ਦੇ ਨਾਲ। ਠੀਕ ਆ, ਤਾਂ 7 21 ਬੱਚਿਓ, 7 21 21 2 ਕਿੰਨਾ ਹੁੰਦਾਗਾ 23। ਉਸ ਤੋਂ ਬਾਅਦ ਕਿੰਨਾ ਆ ਗਿਆ 7 × 7 ਆ ਗਿਆ, ਆਪਣੇ ਕੋਲ 1 ਆ ਗਿਆ ਬੱਚਿਓ, 10 ਆ ਗਿਆ, 9 ਤੇ 1 ਕਿੰਨਾ ਆ ਗਿਆ 10 ਆ ਗਿਆ। ਉਸ ਤੋਂ ਬਾਅਦ ਬੱਚਿਓ ਦੀ ਕਿਹਦੇ ਨਾਲ ਗੁਣਾ ਕਰਨੀ ਆਪਾਂ 16 ਦੇ ਨਾਲ। ਕਿਹਦੇ ਨਾਲ ਗੁਣਾ ਕਰਦੇ ਆਪਾਂ 16 ਦੇ ਨਾਲ। ਕਿਹਦੀ ਗੁਣਾ ਕਰਾਂਗੇ ਜੀ, ਕਿੰਨਾ ਕਰਾਂਗੇ ਬੱਚਿਓ 16 ਦੇ ਨਾਲ। ਕਿੰਨਾ ਆ ਗਿਆ 6 0 0। ਉਸ ਤੋਂ ਬਾਅਦ ਕਿੰਨਾ ਆ ਗਿਆ ਬੱਚਿਓ 6। ਅੱਗੇ ਗੱਲ ਕਰੀਏ ਆਪਾਂ 1 ਆ ਗਿਆ, ਫਿਰ ਕਿੰਨਾ ਹੋਊਗਾ ਬੱਚਿਓ 0 0, ਫਿਰ ਕਿੰਨਾ ਆ ਗਿਆ 1। ਉਸ ਤੋਂ ਬਾਅਦ ਜੋੜਦੇ ਆ 6 ਆ ਗਿਆ, 1 ਆ ਗਿਆ 0 6 1। ਤਾਂ ਆਪਣੇ ਕੋਲ ਕਿੰਨਾ 16 0 16 ਆਨਸਰ ਆ ਰਿਹਾ ਬੱਚਿਓ ਆਪਣਾ 16 0 16 ਆਨਸਰ, ਮਤਲਬ A ਵਾਲਾ ਆਪਣੇ ਕੋਲੇ ਆਨਸਰ ਆ ਗਿਆ। ਠੀਕ ਆ, ਇਹ ਐਲਸੀਐਮ ਕੀ ਹੁੰਦਾ, ਜਦੋਂ ਆਪਣੇ ਕੋਲ ਇਸ ਤਰ੍ਹਾਂ ਦੇ ਨੰਬਰ ਦਿੱਤੇ ਹੋਣ, ਜਿਵੇਂ 7 ਨੰਬਰ ਆ ਉਹ ਕੀ ਬੱਚੇ ਪ੍ਰਾਈਮ ਨੰਬਰ ਆ, ਜਿਹੜਾ ਕਿਸੇ ਨਾਲ ਨਹੀਂ ਵੰਡਿਆ ਜਾਂਦਾ। 11 ਵੀ ਆਪਣੇ ਕੋਲ ਪ੍ਰਾਈਮ ਨੰਬਰ ਆ ਤੇ 13 ਵੀ ਆਪਣੇ ਕੋਲ ਪ੍ਰਾਈਮ ਨੰਬਰ ਆ, ਤੇ ਇਹ ਨੰਬਰ ਇੱਕ ਦੂਜੇ ਨਾਲ ਕਿਸੇ ਨਾਲ ਨਹੀਂ ਵੰਡੇ ਜਾਂਦੇ, ਦੀ ਸਿੱਧੀ ਗੁਣਾ ਕਰਾਂਗੇ ਤਾਂ ਆਪਣੇ ਕੋਲ ਕੀ ਆਊਗਾ ਬੱਚੋ ਐਲਸੀਐਮ ਆਊਗਾ, ਆਪਣਾ A ਵਾਲਾ ਦੇ ਵਿੱਚ ਆਨਸਰ ਆਉਣਾ ਸੀ। ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ। ਹਾਂਜੀ, ਦੇਖੋ ਆਪਣੇ ਕੋਲ ਰੀਜ਼ਨਿੰਗ ਦਾ ਸਵਾਲ ਹੈ ਵੀ ਇਹਨੂੰ ਕਹਿੰਦੇ GOAT। ਉਹ ਬੱਚੇ ਕਾਹਦੇ ਨਾਲ ਲਿਖਿਆ ਹੋਇਆ ਆਪਾਂ 45। ਠੀਕ ਆ, ਉਹਦਾ 45 ਬਣਦਾ। ਜੇ ਮੈਂ ਗੱਲ ਕਰਾਂ, ਦੇਖੋ G ਕਿੰਨੇ ਨੰਬਰ ਤੇ ਹੁੰਦੀ ਹੈ 7 ਨੰਬਰ ਤੇ, O ਕਿੰਨੇ ਨੰਬਰ ਤੇ ਹੁੰਦੀ ਹੈ ਬੱਚੋ 15 ਤੇ, A ਕਿੰਨੇ ਤੇ ਹੁੰਦੀ ਹੈ 1 ਤੇ T ਕਿੰਨੇ ਤੇ ਹੁੰਦੀ ਹੈ ਬੱਚੋ 20 ਨੰਬਰ ਤੇ। ਮੈਂ ਇਹਨਾਂ ਨੂੰ ਜੋੜਾਂ ਤਾਂ ਮੇਰੇ ਕੋਲ ਜੋੜ ਕੇ ਕਿੰਨਾ ਬਣੂਗਾ ਬੱਚੋ, ਆ ਦੇਖੋ 21 21 ਤੇ 15, 21 ਤੇ 15 ਮੇਰੇ ਕੋਲ ਕਿੰਨਾ ਬਣ ਗਿਆ 36, 37 ਤੇ 7 ਕਿੰਨਾ ਬਣ ਗਿਆ ਬੱਚੋ 43। ਇਹ ਕਿੰਨਾ 45, ਕਿੰਨਾ ਬਣਦਾ ਬੱਚੋ 43। ਉਹਦੇ ਵਿੱਚ 2 ਜੋੜ ਕੇ ਕਿੰਨਾ ਬਣੇਗਾ 45। ਇਹਦਾ ਮਤਲਬ ਜਿੰਨਾ ਬੱਚੋ ਜੋੜ ਆ ਰਿਹਾ ਉਹਦੇ ਵਿੱਚ 2 ਜੋੜ ਰਿਹਾ। ਜੇ ਇਹੀ ਪੈਟਰਨ ਚੱਲ ਰਿਹਾ ਤਾਂ ਆਪਾਂ ਅੱਗੇ ਵੀ ਚੈੱਕ ਕਰੀਏ। COAT ਹੈ ਬੱਚੋ, C ਕਿੰਨੇ ਤੇ ਹੁੰਦਾ 3 ਤੇ, O ਕਿੰਨੇ ਤੇ ਹੁੰਦਾ 15 ਤੇ, ਇਹ ਕਿੰਨਾ ਦੇ 1 ਤੇ 8 20 20 ਤੇ ਹੋ ਗਿਆ। ਦੇਖੋ 21 ਹੋ ਗਿਆ, 21 ਦੇ ਵਿੱਚ 21 ਤੇ 15 ਬੱਚੋ ਕਿੰਨਾ ਹੋ ਗਿਆ ਆਪਣੇ ਕੋਲੇ 21 ਤੇ 15 36, 36 ਤੇ 3 ਕਿੰਨਾ ਹੋ ਗਿਆ 39। ਕਿੰਨਾ ਹੋ ਗਿਆ 39, ਪਰ ਕਿੰਨਾ ਲਿਖਿਆ ਹੋਇਆ 48।
ਤਾਂ ਇਹਦਾ ਮਤਲਬ 39 + 2 ਕੀ ਬਣ ਲੱਗਿਆ 48। ਤਾਂ ਇਹਦਾ ਮਤਲਬ ਜਿਹੜਾ ਵੀ ਨੰਬਰਾਂ ਦਾ ਜੋੜ ਆ ਰਿਹਾ ਬੱਚੇ ਉਹਦੇ ਨਾਲ ਕੀ ਕੀਤਾ ਹੋਏਗਾ 2 ਨੂੰ ਜੋੜਿਆ ਹੋਇਆਗਾ। ਤਾਂ ਅੱਗੇ ਆਪਾਂ ਕੀ ਗੱਲ ਕਰਦੇ ਹਾਂ BOAT ਬੱਚੋ। B ਦਾ ਮਤਲਬ ਕਿੰਨਾਗਾ 2 15 1 ਤੇ 20 ਤਾਂ ਕਿੰਨਾ ਬਣ ਗਿਆ ਬੱਚੋ 36 36 ਤੇ 2 ਕਿੰਨਾ ਬਣ ਗਿਆ 38। ਇੱਥੇ ਤੱਕ 38 ਬਣ ਗਿਆ ਇਹਨਾਂ ਦਾ ਜੋੜ। 38 ਦੇ ਵਿੱਚ ਆਪਾਂ 2 ਜੋੜਾਂਗੇ ਕਿਉਂਕਿ ਹਮੇਸ਼ਾ ਕਿਹਦਾ ਜਿਹੜਾ ਜੋੜ ਉਹਦੇ ਵਿੱਚ 2 ਜੁੜਿਆ ਹੋਇਆ ਤਾਂ ਆਪਾਂ ਕਹਾਂਗੇ 38 ਦੇ ਵਿੱਚ ਬੱਚੋ 2 ਜੋੜਦਾ ਤੇ ਕਿੰਨਾ ਬਣ ਗਿਆ ਆਪਣੇ ਕੋਲੇ 40। ਤਾਂ ਆਪਣਾ ਆਨਸਰ ਕੀ ਆ ਰਿਹਾ A ਵਾਲਾ। ਤਾਂ ਆਪਣਾ ਆਨਸਰ ਕੀ ਹੋਗਾ ਬੱਚੋ A ਵਾਲਾ 40 ਆਪਣਾ ਇਹ ਆਨਸਰ ਹੋਗਾ। ਉਸ ਤੋਂ ਬਾਅਦ ਆਪਾਂ ਕੀ ਗੱਲ ਕਰਦੇ ਹਾਂ। ਹਾਂਜੀ ਦੇਖੋ ਆਪਣੇ ਕੋਲੇ ਨੰਬਰ ਸੀਰੀਜ਼ ਦਿੱਤੀ ਹੋਈ ਆ ਕਿ ਪਹਿਲਾਂ 2 ਹੈ ਬੱਚੋ 2 ਤੋਂ ਕਿੰਨਾ ਬਣ ਗਿਆ 4 ਫਿਰ ਕਿੰਨਾ ਬਣ ਗਿਆ 12 ਫਿਰ ਕਿੰਨਾ ਬਣ ਗਿਆ 48 ਫਿਰ ਬਣ ਗਿਆ 240। ਠੀਕ ਹੈ ਜੀ ਬੱਚੋ ਪਹਿਲਾਂ 2 ਬਣਿਆ 2 ਤੋਂ 4 4 ਤੋਂ 12 12 ਤੋਂ 48 48 ਤੋਂ ਕਿੰਨਾ ਬਣ ਗਿਆ 240। ਤਾਂ ਇਹਦੇ ਵਿੱਚ ਕੀ ਹੈ ਜੀ 2 ਦੇ ਨਾਲ ਗੁਣਾ ਹੋ ਰਹੀ ਹੈ ਬੱਚੋ ਕਿਹਦੇ ਨਾਲ 2 ਨਾਲ ਇਹਦੀ ਕਿਹਦੇ ਨਾਲ 3 ਦੇ ਨਾਲ ਇਹਦੀ ਬੱਚੋ ਕਿਹਦੇ ਨਾਲ 4 ਨਾਲ ਹੋ ਰਹੀ ਹੈ ਇਹਦੀ ਕਿਹਦੇ ਨਾਲ ਹੋ ਰਹੀ ਹੈ 5 ਦੇ ਨਾਲ। ਅੱਗੇ ਆਪਾਂ ਬੱਚੋ ਇਹਦੀ ਕਿਹਦੇ ਨਾਲ ਕਰਾਂਗੇ 6 ਦੇ ਨਾਲ। ਅਗਰ ਮੈਂ 6 ਦੇ ਨਾਲ ਗੁਣਾ ਕਰਾਂ ਦੇਖੋ 0 ਦਾ ਇਸ ਤਰ੍ਹਾਂ ਲੱਗੂਗਾ 6 24 ਆ ਗਿਆ। ਉਸ ਤੋਂ ਬਾਅਦ ਕਿੰਨਾ ਆ ਗਿਆ 12 12 ਤੇ 2 ਕਿੰਨਾ ਆ ਗਿਆ ਬੱਚੋ 14 ਆ ਗਿਆ। ਤਾਂ 1440 ਆਪਣਾ ਬਿਲਕੁਲ ਸਹੀ ਆਨਸਰ ਆਊਗਾ ਜਿਹੜਾ ਕਿ ਆਪਣੇ ਕੋਲੇ A ਵਾਲਾ ਆਨਸਰ। ਇਹਦਾ ਆਨਸਰ ਕੀ ਹੋਊਗਾ ਬੱਚੋ A ਵਾਲਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ। ਹਾਂਜੀ ਦੇਖੋ ਆਪਾਂ ਇਹਦੇ ਵਿੱਚ ਕੀ ਕਿਹਾ ਹੋਇਆ ਕਿ ਕਹਿੰਦੇ ਜੇਕਰ 35 ਵਿਅਕਤੀ ਠੀਕ ਹੈ 35 ਵਿਅਕਤੀ ਕਿਸੇ ਕੰਮ ਦਾ ਕੋਈ ਰਿਪੇਅਰ ਕਰਦੇ ਰੋਡ ਨੂੰ ਕੋਈ ਸੜਕ ਸੀ ਉਹਨੂੰ ਰਿਪੇਅਰ ਕਰਦੇ ਆ ਕਿੰਨੇ ਦਿਨਾਂ ਦੇ ਵਿੱਚ 14 ਦਿਨਾਂ ਦੇ ਵਿੱਚ ਕਿੰਨੇ ਘੰਟੇ ਕੰਮ ਕਰਦੇ ਆ 5 ਘੰਟੇ ਕੰਮ ਕਰਦੇ ਆ। ਦੇਖੋ ਵਿਅਕਤੀ ਕਿੰਨੇ ਬੱਚੋ 35 ਕੰਮ ਕਰਦੇ ਆ ਦਿਨ ਕਿੰਨੇ ਲੱਗਦੇ ਆ 14 ਕੰਮ ਕਿੰਨਾ ਕਰਦੇ ਆ ਡੇਲੀ 5 ਘੰਟੇ ਇੰਨਾ ਕੰਮ ਕਰਦੇ ਆ। ਹੁਣ ਇਹੀ ਕੰਮ ਬੱਚੋ ਆਪਾਂ ਕਿੰਨਾ ਤੋਂ ਕਰਾਉਣਾਗਾ ਇਹੀ ਕੰਮ ਕਰਾਉਣਾ ਆਪਾਂ 10 ਵਿਅਕਤੀ। ਹੁਣ ਵਿਅਕਤੀ ਕਿੰਨੇ ਨੇ 10 ਟਾਈਮ ਕਿੰਨਾ ਕੰਮ ਕਰਦੇ ਆ 7 ਘੰਟੇ। ਤੇ ਬੱਚੋ ਆਪਾਂ ਜਿਹੜਾ ਦੇਣਾ ਯਾਨੀ ਕਿ D2 ਆਪਾਂ ਪਤਾ ਕਰਨਾਗਾ ਕਿੰਨੇ ਦਿਨ ਲੱਗਣਗੇ ਆਪਾਂ ਪਤਾ ਕਰਨਾਗਾ। ਇਹ ਬੱਚੋ ਨੀਚੇ ਚਲਾ ਜਾਊਗਾ 35 ਗੁਣਾ ਕਿੰਨਾ ਆ ਗਿਆ 14 ਗੁਣਾ ਕਿੰਨਾ ਆ ਗਿਆ 5 10 ਗੁਣਾ 7। ਆਪਾਂ ਬੱਚੋ D2 ਦੀ ਵੈਲਿਊ ਪਤਾ ਕਰਨੀ ਆ। 7 ਨੂੰ ਕੱਟਾਂਗੇ ਤਾਂ 14 ਆ ਗਿਆ ਠੀਕ ਆ ਬੱਚੋ। ਇਹਨੂੰ 2 ਨੂੰ ਕੱਟਾਂਗੇ ਤਾਂ ਕਿੰਨਾ ਆ ਗਿਆ 5 ਆ 5 ਨਾਲ 5 ਕੈਂਸਲ ਹੋ ਬੱਚੋ 35 ਦਿਨ ਆਪਣਾ ਆਨਸਰ ਹੋਊਗਾ। ਆਨਸਰ ਕੀ ਹੋਊਗਾ ਬੱਚੋ 35 ਦਿਨ ਜਿਹੜਾ ਕਿ ਆਪਣਾ D ਵਾਲਾ ਆਨਸਰ ਆ। ਇਹਦੇ ਵਿੱਚ ਬੱਚੋ ਆਪਣਾ ਆਨਸਰ ਕੀ ਹੋਊਗਾ 35 ਦਿਨ ਆਪਣਾ D ਵਾਲਾ ਆਨਸਰ ਆ ਕਿਉਂਕਿ ਜਿੰਨਾ ਕੰਮ ਇਹਨਾਂ ਤੋਂ ਆਪਾਂ ਕਰਾਇਆ 35 ਬੰਦਿਆਂ ਤੋਂ 14 ਦਿਨਾਂ ਦੇ ਵਿੱਚ ਡੇਲੀ 5 ਘੰਟੇ ਕੰਮ ਕਰਾ ਕੇ ਉਹ ਆਪਾਂ 10 ਬੰਦਿਆਂ ਤੋਂ ਡੇਲੀ 7 ਘੰਟੇ ਕੰਮ ਕਰਾ ਕੇ ਕਰਾਉਣਾ ਤਾਂ ਉਹਦੇ ਲਈ ਆਪਾਂ ਨੂੰ 35 ਦਿਨ ਲੱਗਣਗੇ। ਆਪਣਾ ਆਨਸਰ ਕੀ ਹੋਊਗਾ ਬੱਚੋ 35। ਇਹ ਦੇਖੋ ਫਾਰਮੂਲਾ ਹੋਈ ਆਪਣੇ ਕੋਲੇ M1 D1 H1 M2 D2 H2 ਦੇ ਬਰਾਬਰ ਠੀਕ ਹੈ। ਇਹ ਫਾਰਮੂਲਾ ਆਪਾਂ ਲਗਾਇਆ। ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ ਬੱਚੋ ਸਾਨੂੰ। ਹਾਂਜੀ ਆਪਣੇ ਕੋਲ 45 ਨੰਬਰ ਕੁਐਸਚਨ ਦੇ ਵਿੱਚ ਕੀ ਕਿਹਾ ਗਿਆ ਇਹਨਾਂ ਨੇ ਕਹਿੰਦਾ ਇਫ ਦ ਪਰਸਨ ਟਰੈਵਲ ਟੂ ਇਕੁਅਲ ਡਿਸਟੈਂਸ। 2 ਇਕੁਅਲ ਡਿਸਟੈਂਸ ਦਾ ਮਤਲਬ 2 ਸੇਮ ਡਿਸਟੈਂਸ ਮੰਨ ਲਓ ਇੱਕ A ਤੋਂ B ਗਿਆ ਠੀਕ ਆ ਦੁਬਾਰਾ ਫਿਰ B ਤੋਂ A ਗਿਆ ਤਾਂ ਜਿਹੜਾ ਇਹ ਆ ਇਹ ਸੇਮ ਡਿਸਟੈਂਸ ਹੋ ਗਿਆ ਬੱਚੇ ਇਕੁਅਲ ਡਿਸਟੈਂਸ ਆ। ਪਹਿਲਾ ਬੰਦਾ A ਤੋਂ B ਗਿਆ ਫਿਰ B ਤੋਂ A ਆ ਗਿਆ ਤੇ ਇਕੁਅਲ ਡਿਸਟੈਂਸ ਆ ਗਿਆ। ਪਹਿਲਾਂ ਤਾਂ ਉਹ ਗਿਆਗਾ 20 ਕਿਲੋਮੀਟਰ ਦੀ ਪ੍ਰਤੀ ਘੰਟੇ ਦੀ ਗਤੀ ਨਾਲ। ਜਾਣ ਵੇਲੇ ਬੱਚੋ ਕਿੰਨੇ ਦੀ ਗਤੀ ਨਾਲ ਗਿਆ 20 ਕਿਲੋਮੀਟਰ ਪ੍ਰਤੀ ਘੰਟੇ ਦੀ ਤੇ ਵਾਪਸ ਆਉਣ ਵੇਲੇ ਬੱਚੋ ਕਿੰਨੇ ਦੀ ਗਤੀ ਨਾਲ ਆਏਗਾ 30 ਕਿਲੋਮੀਟਰ ਪ੍ਰਤੀ ਘੰਟਾ। ਵਾਪਸ ਆਉਣ ਵੇਲੇ ਬੱਚੋ ਕਿੰਨੀ ਸਪੀਡ ਨਾਲ ਆਇਆ 30 ਕਿਲੋਮੀਟਰ ਪ੍ਰਤੀ ਘੰਟਾ। ਗਿਆ ਕਿਹਦੇ ਨਾਲ 20 ਕਿਲੋਮੀਟਰ ਪ੍ਰਤੀ ਘੰਟੇ ਨਾਲ ਤੇ ਵਾਪਸ ਕਿੰਨੇ ਆਇਆ ਬੱਚੋ 30 ਕਿਲੋਮੀਟਰ ਪ੍ਰਤੀ ਘੰਟਾ। ਹੁਣ ਜੇ ਆਪਾਂ ਗੱਲ ਕਰੀਏ ਕੀ ਕੱਢਣਾ ਬੱਚੋ ਔਸਤ ਗਤੀ। ਔਸਤ ਗਤੀ ਕੱਢਣਾ ਹੋਵੇ ਜੇ ਬੰਦਾ ਇੱਕ ਪੁਆਇੰਟ ਤੋਂ ਦੁਬਾਰਾ ਉਸ ਪੁਆਇੰਟ ਤੇ ਵਾਪਸ ਆਇਆ ਹੋਵੇ ਤਾਂ ਔਸਤ ਕੱਢਣੀ ਹੋਵੇ ਤਾਂ ਬੱਚੋ ਔਸਤ ਲਈ ਤੁਸੀਂ ਆਹ ਵਾਲਾ ਫਾਰਮੂਲਾ ਲਾਉਣਾ 2xy ਬਟਾ ਕੀ ਹੋਊਗਾ x + y। ਬੱਚੋ ਆਹ ਵਾਲਾ ਫਾਰਮੂਲਾ ਲਾਉਣਾਗਾ। ਇੱਥੇ ਜਿਹੜੀ x ਹੋਊਗੀ ਉਹ ਪਹਿਲੀ ਗਤੀ ਫਸਟ ਗਤੀ ਤੇ ਜਿਹੜੀ y ਹੋਊਗੀ ਉਹ ਆਪਣੀ ਸੈਕੰਡ ਗਤੀ ਹੋਊਗੀ ਬੱਚੋ ਦੂਜੀ ਗਤੀ ਹੋਊਗੀ। ਯਾਦ ਰੱਖਣਾ ਜੇ ਸੇਮ ਪੁਆਇੰਟ ਤੋਂ ਬੰਦਾ ਜਾ ਕੇ ਵਾਪਸ ਆਉਂਦਾਗਾ ਤਾਂ ਉਹਦੇ ਲਈ ਆਪਾਂ 2xy ਬਟਾ x + y ਵਾਲਾ ਫਾਰਮੂਲਾ ਲਗਾਉਣਾ ਆ। ਹੁਣ ਆਪਾਂ ਕਹਾਂਗੇ 2 ਪਹਿਲੀ ਗਤੀ ਕਿੰਨੀ ਦੀ ਬੱਚੋ 20 ਦੀ ਦੂਜੀ ਗਤੀ ਬੱਚੋ ਕਿੰਨੇ ਦੀ ਆ 30 ਦੀ ਠੀਕ ਹੈ। ਨੀਚੇ ਕੀ ਆ ਗਿਆ ਪਹਿਲੀ ਗਤੀ ਪਲੱਸ ਦੂਜੀ ਗਤੀ ਜੋੜ ਮਤਲਬ 20 ਜੋੜ ਬੱਚੋ 30 ਲਿਖਾਂਗੇ। ਅੱਗੇ ਗੱਲ ਕਰੀਏ 2 ਗੁਣਾ 20 ਗੁਣਾ 30 ਬੱਚੋ ਨੀਚੇ ਇਹਨਾਂ ਨੂੰ ਜੋੜਾਂਗੇ ਤਾਂ ਕਿੰਨਾ ਬਣ ਗਿਆ ਆਪਣੇ ਕੋਲੇ 50। 0 ਦੇ ਨਾਲ ਬੱਚੋ 0 ਕੱਟੇਗੀ ਅੱਗੇ ਕਾਟਾਂਗੇ 5 ਚੌਕਾ 20 ਆ ਗਿਆ। 12 ਦੁਨਾ ਕਿੰਨਾ ਹੁੰਦਾਗਾ 24। ਤਾਂ ਬੱਚੋ ਆਪਣਾ ਆਨਸਰ ਕੀ ਆਊਗਾ 12 ਦੁਨਾ 24। A ਵਾਲਾ ਇਹਦੇ ਵਿੱਚ ਆਪਣਾ ਆਨਸਰ ਆਊਗਾ 45 ਦਾ ਆਨਸਰ ਕੀ ਆਊਗਾ ਬੱਚੋ A ਵਾਲਾ। ਉਸ ਤੋਂ ਬਾਅਦ ਆਪਾਂ ਕੀ ਗੱਲ ਕਰਦੇ ਹਾਂ। ਹਾਂਜੀ ਇਹਨਾਂ ਨੇ ਦੇਖੋ ਇੱਥੇ ਕੀ ਗਿਆ ਕਹਿੰਦੇ ਜਿਹੜੀ 22 ਆ 22 ਦੀ ਜਗ੍ਹਾ ਤੇ ਆਪਾਂ ਕੀ ਰੱਖੀਏ 22 ਦੀ ਜਗ੍ਹਾ ਤੇ ਬੱਚੋ ਕੀ ਰੱਖੀਏ ਜਿਹੜੀ ਇਹ 5 ਡਿਜਿਟਾਂ ਦੀ ਆਪਣੇ ਕੋਲ ਨਿਊਮੈਰੀਕਲ ਵੈਲਿਊ ਆ ਉਹ 9 ਦੇ ਨਾਲ ਪੂਰੀ ਵੰਡੀ ਜਾਵੇ। ਹੁਣ ਆਪਾਂ ਗੱਲ ਕਰੀਏ ਬੱਚੇ 9 ਦੇ ਨਾਲ ਕਿਹੜੀ ਸੰਖਿਆ ਵੰਡੀ ਜਾਂਦੀ ਜਿਹਦੀ ਅੰਕਾਂ ਦਾ ਜੋੜ 9 ਦੇ ਟੇਬਲ ਤੇ ਆਉਂਦਾ ਬੱਚੋ 9 ਦੇ ਨਾਲ ਪੂਰੀ ਵੰਡੀ ਜਾਂਦੀ ਆ। ਹੁਣ ਇੱਥੇ ਲਿਖਿਆ ਹੋਇਆ 2 ਫਿਰ 22 ਲਿਖਿਆ ਹੋਏਗਾ
फिर लिखिया 8 6 फिर कितना लिखिया 2। ठीक है जी। हुण आपां गल करिए इन्हां नूं जोड़िए कितना बन गया 6 ते 2 8 बच्चों 8 ते 8 कितना हो गया 16 16 ते 2 कितना हो गया 18 कितना हो गया 18। हुण देखो बच्चे 18 हो गया तां अपने कोले जे आपां y दी थां ते 0 रख दईए तां अपने कोल 18 होगा। ठीक है 18 की 9 ਦੇ ਨਾਲ ਪੂਰਾ ਪੂਰਾ ਵੰਡਿਆ ਜਾਂਦਾ ਤਾਂ ਇੱਥੇ ਆਪਾਂ y ਦੀ ਥਾਂ ਤੇ 0 ਰੱਖਾਂਗੇ ਕਿਉਂਕਿ ਆਪਣਾ ਜਿਹੜਾ ਅੰਕਾਂ ਦਾ ਜੋੜ ਆ ਉਹ 18 ਬਣਨਾ ਚਾਹੀਦਾ ਮਤਲਬ ਉਹ ਅੰਕਾਂ ਦਾ ਜੋੜ ਬਣਨਾ ਚਾਹੀਦਾ ਜਿਹੜਾ 9 ਦੇ ਟੇਬਲ ਤੇ ਆਉਂਦਾ ਇਹਦੇ ਵਿੱਚ ਬੱਚਿਓ ਆਪਣਾ 18 ਬਿਲਕੁਲ ਸਹੀ ਆਨਸਰ ਹੋਗਾ। ਜੇ ਆਪਾਂ 2 ਤੇ ਰੱਖ ਦਿੰਦੇ ਤਾਂ ਆਪਣਾ ਜੋੜ 20 ਬਣ ਜਾਣਾ ਸੀ 20 ਕੀ 9 ਦੇ ਨਾਲ ਵੰਡਿਆ ਨਹੀਂ ਜਾਂਦਾ। ਜੇ ਆਪਾਂ 5 ਰੱਖ ਦਿੰਦੇ ਤਾਂ ਆਪਣੇ ਕੋਲ ਕਿੰਨਾ ਬਣ ਜਾਣਾ ਸੀ 5 18 5 ਹੋ ਗਿਆ 23 ਤਾਂ ਉਹ ਵੀ 9 ਤੇ ਨਹੀਂ ਵੰਡਿਆ ਜਾਂਦਾ। ਜੇ ਆਪਾਂ 4 ਰੱਖ ਦਿੰਦੇ ਤਾਂ ਬਾਈ ਉਹ ਵੀ 9 ਤੇ ਨਹੀਂ ਵੰਡਿਆ ਜਾਂਦਾ ਤਾਂ ਇੱਥੇ ਆਪਾਂ 0 ਵਾਲਾ ਆਨਸਰ ਬਿਲਕੁਲ ਸਹੀ ਰੱਖਾਂਗੇ। ਆਪਾਂ 0 ਰੱਖਾਂਗੇ ਕਿਉਂਕਿ ਪਹਿਲਾਂ ਹੀ ਆਪਣਾ ਜਿਹੜਾ ਜੋੜ ਆ ਉਹ 18 ਬਣ ਰਿਹਾ ਹੈਗਾ ਤਾਂ ਆਪਣਾ A ਵਾਲਾ ਬੱਚੋ ਦੇ ਵਿੱਚ ਆਨਸਰ ਹੋਊਗਾ। ਹਾਂਜੀ ਬੱਚਿਓ ਆਪਣੇ ਕੋਲ ਹੈ ਕੁਐਸਚਨ ਨੰਬਰ 47 ਇਹਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆਗਾ ਕਿ ਇੱਕ ਆਦਮੀ ਇੱਕ ਟ੍ਰੇਨ ਦੇ ਉੱਪਰ ਬੈਠ ਜਾਂਦਾਗਾ ਟ੍ਰੇਨ ਦੇ ਉੱਪਰ ਬੈਠ ਕੇ ਕੀ ਕਰਦਾ ਬੱਚਿਓ ਖੰਭਿਆਂ ਦੀ ਗਿਣਤੀ ਕਰਦਾਗਾ। ਉਹਨੇ ਖੰਭਿਆਂ ਦੀ ਕਿੰਨੀ ਗਿਣਤੀ ਕੀਤੀ ਹੈ ਬੱਚਿਓ 21 ਖੰਭਿਆਂ ਦੀ ਗਿਣਤੀ ਕੀਤੀ ਆ। ਕਿੰਨੇ ਖੰਭਿਆਂ ਦੀ ਗਿਣਤੀ ਕੀਤੀ ਹੈ ਪੁੱਤਰੋ 21 ਖੰਭਿਆਂ ਦੀ। ਹਰੇਕ ਖੰਭਾ ਕਿੰਨੀ ਦੂਰੀ ਤੇ ਆ 50 ਮੀਟਰ ਦੀ ਦੂਰੀ ਤੇ ਆ। ਹਰੇਕ ਖੰਭਾ ਕਿੰਨੀ ਦੂਰੀ ਤੇ ਆ 50 ਮੀਟਰ ਦੀ ਦੂਰੀ ਤੇ ਬੱਚਿਓ ਹਰੇਕ ਖੰਭਾ ਕਿੰਨੀ ਦੂਰੀ ਤੇ ਆ 50 ਮੀਟਰ ਦੀ ਤੇ। ਜਦੋਂ ਬੱਚੇ ਉਹਨੇ ਖੰਭੇ ਗਿਣਨੇ ਸ਼ੁਰੂ ਕੀਤੇ ਤਾਂ ਕਿਸ ਤਰ੍ਹਾਂ ਦੇਖੋ ਇਸ ਤਰ੍ਹਾਂ ਬੈਠਾਗਾ ਬੱਚਿਓ ਆਪਣਾ ਜਿਹੜਾ ਪਹਿਲਾ ਖੰਭਾ ਗਾ ਉਹਨੇ ਪਹਿਲਾ ਖੰਭਾ ਪਹਿਲੀ ਦੂਰੀ ਤੇ ਚੱਕ ਕੀਤਾ ਫਿਰ ਦੂਜੀ ਦੂਰੀ ਆ ਗਈ ਤਾਂ ਪਹਿਲੇ ਦੋ ਖੰਭਿਆਂ ਦੇ ਵਿੱਚ ਜਿਹੜੀ ਬੱਚਿਓ ਦੂਰੀ ਆ ਉਹ ਕਿੰਨੀ ਆ 50 ਮੀਟਰ ਦੀ। ਪਹਿਲੇ ਦੋ ਖੰਭਿਆਂ ਦੇ ਵਿੱਚ ਦੂਰੀ ਕਿੰਨੀ ਆ 50 ਮੀਟਰ ਦੀ ਤਾਂ ਇਸ ਤਰ੍ਹਾਂ ਕਿੰਨੇ ਖੰਭੇ ਰਹਿ ਗਏ 20 × 50 ਤਾਂ ਕਿੰਨਾ ਆ ਗਿਆ ਆਪਣੇ ਕੋਲ ਟੋਟਲ ਦੂਰੀ ਕਿੰਨੀ ਆ ਗਈ 1000। ਤਾਂ ਬੱਚਿਓ ਆਪਾਂ 21 ਦੀ ਥਾਂ 20 ਥਾਂ ਲੈਤੇ ਹੈਗਾ ਜਿਹੜੇ ਪਹਿਲੇ ਦੋ ਖੰਭੇ ਆ ਕਿਉਂਕਿ ਜਿੱਥੋਂ ਬੰਦਾ ਬੈਠਾਗਾ ਪਹਿਲਾ ਖੰਭਾ ਗਿਣ ਲਿਆ ਫਿਰ ਉਸ ਤੋਂ 50 ਮੀਟਰ ਤੋਂ ਬਾਅਦ ਦੂਸਰਾ ਖੰਭਾ ਗਿਣ ਲਿਆ ਤਾਂ ਪਹਿਲੇ ਦੋ ਖੰਭਿਆਂ ਦੇ ਵਿੱਚ ਜਿਹੜੀ ਦੂਰੀ ਆ ਬੱਚਿਓ ਕਿੰਨੀ ਦੀ ਆ 50 ਦੀ। ਠੀਕ ਆ ਆਪਾਂ ਲਿਖਾਂਗੇ 1000 ਬਟਾ ਕਿੰਨਾ ਹੋਊਗਾ ਆਪਣੇ ਕੋਲ 1 ਮਿੰਟ। ਬੱਚੇ 1 ਮਿੰਟ ਦੇ ਵਿੱਚ ਕਿੰਨੇ ਸੈਕਿੰਡ ਹੁੰਦੇ ਆ 60। ਇਹਨੂੰ ਆਪਾਂ ਕਿਲੋਮੀਟਰ ਦੇ ਵਿੱਚ ਬਦਲਾਂਗੇ ਤਾਂ 18/5 ਲਿਖਾਂਗੇ। ਹੁਣ ਕੈਨਸਲ ਕਰਾਂਗੇ 0 ਦੇ ਨਾਲ 0 ਕੱਟਿਆ ਇੱਥੇ ਕਿੰਨਾ ਆ ਗਿਆ ਬੱਚਿਓ 3 ਇਹਨੂੰ ਕੈਨਸਲ ਕਰਾਂਗੇ ਤਾਂ ਕਿੰਨਾ ਆ ਗਿਆ 20 20 3 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆ ਗਿਆ 60 ਕਿਲੋਮੀਟਰ ਪ੍ਰਤੀ ਘੰਟਾ। ਤਾਂ ਬੱਚਿਓ ਆਪਣਾ ਆਨਸਰ ਕਿੰਨਾ ਹੋਊਗਾ 60 ਕਿਲੋਮੀਟਰ ਪ੍ਰਤੀ ਘੰਟਾ। ਤਾਂ ਆਪਣਾ ਬੱਚਿਓ C ਵਾਲਾ ਦੇ ਵਿੱਚ ਕੋਲ ਬਿਲਕੁਲ ਸਹੀ ਆਨਸਰ ਹੋਊਗਾ। ਆਪਣਾ ਆਨਸਰ ਕੀ ਹੋਊਗਾ C ਵਾਲਾ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕੁਐਸਚਨ ਨੰਬਰ ਆਪਣੇ ਕੋਲ 48 ਇਹਦੇ ਵਿੱਚ ਦੇਖੋ ਬੱਚਿਓ ਆਪਾਂ ਨੂੰ ਕੀ ਕਿਹਾ ਹੋਇਆ ਕਿ ਸਿੰਪਲ ਇੰਟਰਸਟ ਤੇ 6 ਸਾਲਾਂ ਦੇ ਵਿੱਚ ਕਹਿੰਦਾ ਸੁਧਾਰਨ ਵਿਆਜ ਤੇ ਬੱਚਿਓ 6 ਸਾਲਾਂ ਦੇ ਵਿੱਚ 30% ਕੀ ਆ ਪ੍ਰਿੰਸੀਪਲ ਦਾ ਵਿਆਜ ਬਣ ਜਾਂਦਾ। ਜੇ ਆਪਾਂ ਕਿਸੇ ਨੂੰ 100 ਰੁਪਏ ਦਿੱਤਾ ਸੀ ਤਾਂ 6 ਸਾਲਾਂ ਦੇ ਵਿੱਚ ਆਪਾਂ ਨੂੰ 30 ਰੁਪਏ ਬੱਚਿਓ ਵਿਆਜ ਮਿਲ ਜੂਗਾ 30% ਮਿਲ ਜੂਗਾ। ਤਾਂ ਪੁੱਛਦੇ ਆ ਕਿੰਨੇ ਸਾਲਾਂ ਦੇ ਵਿੱਚੋਂ ਪ੍ਰਿੰਸੀਪਲ ਦੀ ਕੁੱਲ ਮਤਲਬ ਜਿੰਨੇ ਆਪਾਂ ਪੈਸੇ ਦਿੱਤੇ ਸੀ ਉਹਦੇ ਬਰਾਬਰ ਬਣ ਜੂਗਾ। ਦੇਖੋ ਜਿਹੜਾ ਆਪਣਾ ਬੱਚਿਓ ਪ੍ਰਿੰਸੀਪਲ ਹੁੰਦਾ ਜਿਹਨੂੰ ਆਪਾਂ ਮੂਲਧਨ ਕਹਿ ਰਹੇ ਹਾਂ ਜਿਹਨੂੰ ਬੱਚੇ ਆਪਾਂ ਮੂਲਧਨ ਕਹਿ ਰਹੇ ਹਾਂ ਆਪਣੇ ਕੋਲ ਹੁੰਦਾਗਾ ਪੂਰਾ 100%। ਇਹਦੇ ਵਿੱਚ ਵਿਆਜ ਆਪਾਂ ਨੂੰ ਕਿੰਨਾ ਮਿਲ ਗਿਆ 30% ਵਿਆਜ ਮਿਲ ਗਿਆ। ਕਿੰਨਾ ਵਿਆਜ ਮਿਲ ਗਿਆ ਬੱਚਿਓ 30%। ਕਿੰਨੇ ਸਮੇਂ ਦੇ ਵਿੱਚ ਬੱਚਿਓ 6 ਸਾਲਾਂ ਦੇ ਵਿੱਚ। ਤਾਂ ਹਰ ਸਾਲ ਆਪਾਂ ਨੂੰ ਕਿੰਨਾ ਵਿਆਜ ਮਿਲਦਾਗਾ 5%। ਹਰ ਸਾਲ ਬੱਚਿਓ ਕਿੰਨਾ ਵਿਆਜ ਮਿਲਦਾ ਆਪਾਂ ਨੂੰ 5%। ਹੁਣ ਕਹਿੰਦੇ ਕਿੰਨੇ ਸਾਲ ਲੱਗਣਗੇ ਕਿ ਆਪਾਂ ਨੂੰ ਜਿਹੜਾ ਵਿਆਜ ਆ ਉਹ ਮੂਲਧਨ ਦੇ ਬਰਾਬਰ ਵਗ ਜੇ ਯਾਨੀ ਕਿ ਕਿੰਨਾ ਵਗ ਜੇ 100%। ਮੂਲਧਨ ਕਿੰਨਾ ਹੁੰਦਾ 100%। ਤਾਂ ਹਰ ਸਾਲ ਆਪਾਂ ਨੂੰ 5% ਮਿਲਦਾ 20 ਦੇ ਨਾਲ ਗੁਣਾ ਕਰੋ ਤਾਂ ਕਿੰਨਾ ਬਣ ਗਿਆ 100%। ਤਾਂ ਕਿੰਨਾ ਟਾਈਮ ਲੱਗੂ ਬੱਚਿਓ 20 ਸਾਲ। ਤਾਂ ਆਪਣਾ ਬੱਚਿਓ ਦੇ ਵਿੱਚ B ਵਾਲਾ ਬਿਲਕੁਲ ਸਹੀ ਆਨਸਰ ਲੱਗੂਗਾ। ਤਾਂ ਆਪਣਾ ਕਿੰਨਾ ਸਮਾਂ ਲੱਗੂਗਾ 20 ਸਾਲ। ਉਸ ਤੋਂ ਬਾਅਦ ਆਪਾਂ ਅਗਲੇ ਦੀ ਗੱਲ ਕਰਦੇ ਹਾਂ। ਹਾਂਜੀ ਡਾਇਰੈਕਸ਼ਨ ਵਾਲਾ ਬੱਚਿਓ ਦੇ ਵਿੱਚ ਕੀ ਕਹਿੰਦਾ ਜਿਹੜੀ ਨਾਰਥ ਆ ਉਹ ਕੀ ਬੱਚਿਓ ਈਸਟ ਬਣ ਗਈ। ਦੇਖੋ ਡਾਇਰੈਕਸ਼ਨ ਆਪਾਂ ਇਸ ਤਰ੍ਹਾਂ ਲੈਣੇ ਆ ਇਹ ਆਪਣੇ ਕੋਲ ਬੱਚਿਓ ਨਾਰਥ ਇਹ ਸਾਊਥ ਇਹਨੂੰ ਉੱਤਰ ਕਹਾਂਗੇ ਇਹਨੂੰ ਬੱਚਿਓ ਦੱਖਣ ਕਹਾਂਗੇ ਇਹਨੂੰ ਆਪਾਂ ਈਸਟ ਬੱਚਿਓ ਇਹਨੂੰ ਵੈਸਟ ਕਹਿੰਦੇ ਆ। ਠੀਕ ਆ ਇਹਨੂੰ ਪੂਰਬ ਨੂੰ ਆਪਾਂ ਪੱਛਮ ਕਹਿੰਦੇ ਆ। ਹੁਣ ਕਹਿੰਦੇ ਜਿਹੜੀ ਬੱਚਿਓ ਆਪਣੀ ਨਾਰਥ ਹੈ ਜਿਹੜੀ ਆਪਣੀ ਨਾਰਥ ਉੱਤਰ ਵਾਲੀ ਡਾਇਰੈਕਸ਼ਨ ਆ ਉਹ ਕੀ ਬਣ ਗਈ ਬੱਚਿਓ ਪੂਰਬ। ਦੇਖੋ ਉੱਤਰ ਡਾਇਰੈਕਸ਼ਨ ਆ ਗਈ ਇਹ ਬਣ ਗਈ ਪੂਰਬ ਇੱਧਰ ਨੂੰ ਚਲੇਗੀ ਬੱਚਿਓ ਇੱਧਰ ਨੂੰ ਚਲੇਗੀ ਕਿੰਨੀ 90 ਡਿਗਰੀ 90 ਡਿਗਰੀ ਘੁੰਮ ਗਈ। ਦੇਖੋ ਆ ਆਪਣਾ ਕਲੌਕਵਾਈਜ਼ ਹੁੰਦਾ ਜਿਵੇਂ ਆਪਣਾ ਟਾਈਮ ਪੀਸ ਚੱਲਦਾਗਾ ਤੇ ਕਲੌਕਵਾਈਜ਼ ਘੁੰਮ ਗਈ ਬੱਚਿਓ ਕਿੰਨੀ 90 ਡਿਗਰੀ। ਤਾਂ ਸਾਰੀਆਂ ਡਾਇਰੈਕਸ਼ਨਾਂ ਇਸ ਤਰ੍ਹਾਂ ਹੀ ਘੁੰਮ ਜਾਣਗੀਆਂ। ਅੱਗੇ ਨੇ ਕਿਹਾ ਜਿਹੜੀ ਨਾਰਥ ਆ ਉਹ ਈਸਟ ਬਣ ਗਈ ਦੈਨ ਵਟ ਵਿਲ ਬੀ ਈਸਟ। ਤਾਂ ਈਸਟ ਕੀ ਉਹ ਅੱਗੇ ਇਧਰ 90 ਡਿਗਰੀ ਚਲੀ ਜਾਊ ਬੱਚਿਓ ਉਹ ਕਿੰਨੀ ਚਲੀ ਜਾਊਗੀ 90 ਡਿਗਰੀ। 90 ਡਿਗਰੀ ਕੀ ਬਣ ਜੂ ਬੱਚਿਓ ਫਿਰ ਉਹ ਸਾਊਥ ਵਾਲੀ ਸਾਈਡ ਚਲੀ ਜਾਊਗੀ ਤਾਂ ਉਹ ਕੀ ਬਣ ਜੂ ਬੱਚਿਓ ਆਪਣੇ ਕੋਲੇ ਸਾਊਥ। ਤਾਂ 90 ਡਿਗਰੀ ਤੇ ਕਿੱਥੇ ਚਲੀ ਜਾਊਗੀ ਬੱਚਿਓ ਸਾਊਥ। ਤਾਂ ਆਪਣੇ ਕੋਲ AC ਠੀਕ ਆ ਇਹਦੇ ਚ ਆਨਸਰ ਕੀ ਆਪਣੇ ਕੋਲ ਦੇਖੋ ਈਸਟ ਬਾਰੇ ਪੁੱਛਿਆ ਤਾਂ ਆਪਣੇ ਕੋਲ ਸਾਊਥ ਵਾਲਾ ਆਨਸਰ ਆਊਗਾ। ਤਾਂ ਬੱਚਿਓ ਕਿਹੜਾ ਆਨਸਰ ਆਊਗਾ ਕੱਲਾ ਸਾਊਥ। ਠੀਕ ਹੈ ਚੈੱਕ ਕਰ ਲਿਓ ਸਾਊਥ ਹੀ ਆਨਸਰ ਆਊਗਾ ਕਿਉਂਕਿ ਜਿਹੜੀ ਨਾਰਥ ਆ ਉਹ ਈਸਟ ਬਣੀ ਆ। ਨਾਰਥ ਈਸਟ ਕਿਦੋਂ ਬਣ ਗਈ ਜੋ 90 ਡਿਗਰੀ ਇੱਧਰ ਘੁੰਮੂਗੀ ਤਾਂ ਫਿਰ ਜਿਹੜੀ ਈਸਟ ਆ ਉਹ 90 ਡਿਗਰੀ ਘੁੰਮ ਜੂ ਥੱਲੇ। ਤਾਂ ਆਨਸਰ ਕੀ ਹੋ ਬੱਚਿਓ ਆਪਣਾ ਸਾਊਥ। ਚੈੱਕ ਕਰ ਲਿਓ ਆਪਣਾ ਆਨਸਰ ਕੀ ਹੋ ਬੱਚਿਓ ਕੱਲਾ ਸਾਊਥ ਆਊਗਾ ਦੱਖਣ ਸਾਈਡ ਆਊਗਾ। ਠੀਕ ਆ ਦੱਖਣ ਸਾਈਡ ਬੱਚਿਓ ਆਪਣੇ ਦੇ ਵਿੱਚ ਆਨਸਰ ਆਊਗਾ ਇਹ ਆਪਣਾ ਦੱਖਣ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਕੁਐਸਚਨ ਨੰਬਰ 50 ਇਹਦੇ ਵਿੱਚ ਕੀ ਕਿਹਾ ਆਪਾਂ ਨੂੰ ਕੋਲੇ ਕਿ 12 ਇਸ ਦਾ 25%
ऑफ द 20% ऑफ द नंबर। कोई नंबर सी ਉਹਦਾ ਆਪਾਂ 25% ਕੱਢ ਲਿਆ, ਫਿਰ ਉਹਦਾ 20% ਕੱਢ ਲਿਆ, ਉਹ ਕਿਹਦੇ ਬਰਾਬਰ ਆ ਗਿਆ 12 ਦੇ ਬਰਾਬਰ। ਤਾਂ ਆਪਾਂ ਨੂੰ ਨੰਬਰ ਪੁੱਛਦੇ ਆ ਕਿੰਨਾ ਦਾ। ਤਾਂ ਦੇਖੋ ਆਪਣੇ ਕੋਲ ਕੀ ਆ, ਪਹਿਲਾਂ ਕੋਈ ਨੰਬਰ ਹੋਊਗਾ x, ਉਹਦਾ ਆਪਾਂ ਕਿੰਨਾ ਕੱਢ ਲਿਆ ਬੱਚੋ 25%। 100 ਦੇ ਵਿੱਚੋਂ 25% ਕੱਢ ਲਿਆ, ਫਿਰ ਬੱਚੋ ਕੀ ਕਰ ਲਿਆ, ਫਿਰ ਆਪਾਂ ਉਹਦਾ 20% ਕੱਢ ਲਿਆ, ਉਹ ਕਿਹਦੇ ਬਰਾਬਰ ਆ ਗਿਆ ਬੱਚੋ 12 ਦੇ ਬਰਾਬਰ। ਆਪਾਂ ਨੂੰ ਜਿਹੜਾ x ਆ ਉਹ ਨੰਬਰ ਪੁੱਛਦੇ ਆ ਕਿੰਨਾ ਦਾ। ਦੇਖੋ 25 ਨੂੰ ਕੈਂਸਲ ਕਰੂੰਗਾ ਬੱਚੋ 4 ਤੇ ਕੈਂਸਲ ਹੋ ਗਿਆ, ਇਹਨੂੰ 4 ਤੇ ਕੈਂਸਲ ਕਰੂੰਗਾ ਤਾਂ ਕਿੰਨਾ ਆ ਗਿਆ 5। ਤਾਂ 5/100, 5/100 ਦੇਖੋ ਗੁਣਾ x ਹੈ, ਕਿਹਦੇ ਬਰਾਬਰ ਆ 12 ਦੇ ਬਰਾਬਰ। 12 ਦੀ 100 ਦੇ ਨਾਲ ਗੁਣਾ, ਦੇਖੋ ਨੂੰ ਕੈਂਸਲ ਵੀ ਕਰਦੇ ਕਿੰਨਾ ਆ ਗਿਆ 20। ਠੀਕ ਆ, ਤਾਂ ਆਪਣੇ ਕੋਲ x/20 ਬਰਾਬਰ ਬੱਚੋ ਕਿਹਦੇ 12। 12 ਗੁਣਾ ਕਿੰਨਾ ਆ ਗਿਆ 24। ਦੇਖੋ 20 ਉਧਰ ਜਾ ਕੇ ਗੁਣਾ ਹੋ ਜਾਊਗਾ, ਆਪਾਂ ਕਹਿੰਦੇ ਕਿ 12 ਬੱਚੋ ਗੁਣਾ 20। 12 ਗੁਣਾ ਕਿੰਨਾ ਆ ਗਿਆ 24, ਨਾਲ ਲੱਗੀ ਬੱਚੋ 0। ਆਪਣਾ ਆंਸਰ ਕਿੰਨਾ ਹੋਊਗਾ 240। ਤਾਂ ਬੱਚੋ ਆਪਣਾ ਆंਸਰ ਕੀ ਹੋਊਗਾ A ਵਾਲਾ, ਕਿੰਨਾ ਹੋਊਗਾ ਬੱਚੋ 240 ਆਪਣਾ A ਵਾਲਾ ਆंਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਕੁਐਸਚਨ ਨੰਬਰ 51। ਇਹਦੇ ਵਿੱਚ ਕੀ ਕਿਹਾਗਾ, ਦੇਖੋ ਜਦੋਂ ਟੀਵੀ ਦੀ ਖਰੀਦ ਕੀਮਤ ਵਿੱਚ 20% ਘਾਟਾ ਹੋ ਗਿਆ, ਠੀਕ ਹੈ, ਕਟੌਤੀ ਹੋ ਗਈ, 20% ਘਟ ਗਿਆ, ਫਿਰ ਵਿਕਰੀ ਦੇ ਵਿੱਚ 80% ਦਾ ਵਾਧਾ ਹੋ ਗਿਆ। ਠੀਕ ਆ, ਆਪਾਂ ਕੋਈ ਚੀਜ਼ ਵੇਚ ਰਹੇ ਹਾਂ, ਉਹਦੇ ਵਿੱਚ ਆਪਾਂ ਕੀ ਕਰਤਾ, ਜਿਹੜਾ ਉਹਦਾ ਰੇਟ ਸੀ ਉਹ ਆਪਾਂ 20% ਘਟਾਤਾ। ਜਦੋਂ ਆਪਾਂ 20% ਘਟਾਤਾ ਬੱਚਿਓ ਤਾਂ ਆਪਣੇ ਕੋਲੇ ਗਾਹਕ ਬਹੁਤ ਜ਼ਿਆਦਾ ਆਉਣ ਲੱਗੇ, ਜਿਹਦੇ ਕਰਕੇ ਆਪਣੀ ਜਿਹੜੀ ਵਿਕਰੀ ਉਹ ਬੱਚਿਓ 80% ਵੱਧ ਗਈ। ਤਾਂ ਕਹਿੰਦੇ ਜੇ ਵਿਕਰੀ 80% ਵੱਧ ਜੇ ਤਾਂ ਵਾਟ ਇਜ਼ ਦਾ ਨੈਟ, ਜਿਹੜਾ ਆਪਣੇ ਕੋਲ ਨੈਟ ਮਤਲਬ ਜਿਹੜਾ ਨੈਟ ਆਪਣੇ ਕੋਲੇ ਅੰਤ ਵਿੱਚ ਜਿਹੜਾ ਆਪਾਂ ਨੂੰ ਕਿੰਨਾ ਇਫੈਕਟ ਹੋਇਆ, ਵੀ ਕਿੰਨਾ ਲਾਭ ਹੋਊਗਾ ਕਿੰਨਾ ਹਾਨੀ ਹੋਊਗਾ। ਦੇਖੋ ਆਪਾਂ ਇਹ ਗੱਲ ਕਰ ਸਕਦੇ ਹਾਂ 20% ਘਾਟਾ, ਜਿਹੜੀ ਚੀਜ਼ 20% ਬੱਚਿਓ ਆਪਾਂ ਕੀ ਲੈਂਦੇ 1/5, 20% ਨੂੰ ਕੀ ਕਹਿੰਦੇ ਨੇ ਬੱਚਿਓ ਆਪਾਂ 1/5। ਇਹਦਾ ਮਤਲਬ ਜੇ ਆਪਣੇ ਕੋਲ ਘਾਟੇ ਜੀ ਚੀਜ਼ ਜਿਹੜੀ ਆਪਾਂ 5 ਦੀ ਵੇਚਦੀ ਹੁਣ 4 ਦੀ ਕਰਤੀ, ਆਪਾਂ ਕੀ ਕਰਤਾ ਬੱਚਿਓ ਰੇਟ ਘਟਾਤਾ, ਜਿਹੜੀ ਚੀਜ਼ ਆਪਾਂ 5 ਦੀ ਵੇਚਦੇ ਸੀ ਹੁਣ ਆਪਾਂ ਕਿੰਨੇ ਦੀ ਕਰਤੀ 4 ਦੀ। ਜਦੋਂ ਆਪਾਂ ਚੀਜ਼ ਜਿਹੜੀ 5 ਦੀ ਵੇਚਦੇ ਸੀ 4 ਦੀ ਕਰਤੀ ਤਾਂ ਆਪਣੇ ਕੋਲ ਬੱਚਿਓ ਗਾਹਕ ਬਹੁਤ ਜ਼ਿਆਦਾ ਆਉਣ ਲੱਗ ਗਏ। ਜੇ ਗਾਹਕ ਬਹੁਤ ਜ਼ਿਆਦਾ ਆਉਣ ਲੱਗ ਗਏ 80% ਦਾ ਆਪਣਾ ਵਿਕਰੀ ਦਾ ਵਾਧਾ ਹੋ ਗਿਆ ਬੱਚਿਓ, 80% ਦਾ ਆਪਣਾ ਵਿਕਰੀ ਦਾ ਵਾਧਾ ਹੋ ਗਿਆ। 80% ਆਪਾਂ ਕੀ ਕਹਾਂਗੇ ਵਿਕਰੀ ਦਾ ਵਾਧਾ ਬੱਚਿਓ ਬਟਾ 100 ਲਾਵਾਂਗੇ, 0 ਨਾਲ 0 ਕੱਟਾਂਗੇ ਤਾਂ ਕਿੰਨਾ ਆ ਗਿਆ ਆਪਣੇ ਕੋਲ 4/5। ਇਹਦਾ ਮਤਲਬ ਅੱਗੇ ਜੇਕਰ ਮੇਰੀ ਵਿਕਰੀ 5 ਹੁੰਦੀ ਸੀ ਹੁਣ 4 ਹੋਰ ਵੱਧ ਗਈ, ਤਾਂ 4 ਹੋਰ ਵੱਧ ਗਈ ਬੱਚਿਓ, ਹੁਣ 5 ਤੋਂ 9 ਹੋਣ ਲੱਗ ਗਈ। ਜਿਹੜੀ ਆਪਣੀ ਵਿਕਰੀ ਜਿਹੜੀ ਚੀਜ਼ ਆਪਣੀ ਵੇਚਦੇ ਹੁੰਦੇ ਸੀ, ਜੇ ਆਪਣੇ ਕੋਲ ਅੱਗੇ 5 ਹਿੱਸੇ ਵਿਕਦੇ ਸੀ ਬੱਚਿਓ ਹੁਣ 9 ਵਿਕਣ ਲੱਗ ਗਏ, ਤਾਂ ਅੱਗੇ 5 ਹਿੱਸੇ ਵਿਕਦੇ ਸੀ ਬੱਚਿਓ ਹੁਣ ਕਿੰਨੇ 9 ਵਿਕਣ ਲੱਗ ਗਏ 9। ਹੁਣ ਆਪਾਂ ਨੈਟ ਪ੍ਰਭਾਵ ਦੇਖੀਏ, ਆਪਣੀ ਜਿਹੜੀ ਸੇਲ ਆ ਉਹਦੇ ਨੈਟ ਪ੍ਰਭਾਵ ਕਿੰਨੇ ਦਾ ਪੈ ਗਿਆ। ਦੇਖੋ ਪਹਿਲਾਂ ਵਿਕਦੀ ਹੁੰਦੀ ਸੀ 5 5 25, 25 ਹਿੱਸੇ ਵਿਕਦੇ ਹੁੰਦੇ ਸੀ, ਹੁਣ ਕਿੰਨਾ ਆ ਗਿਆ ਬੱਚਿਓ 36 ਹਿੱਸੇ। ਹੁਣ ਕਿੰਨੇ ਵਿਕਣ ਲੱਗੇ 36 ਹਿੱਸੇ। ਕਿੰਨੇ ਦਾ ਫਰਕ ਪੈ ਗਿਆ ਬੱਚਿਓ 11 ਦਾ। ਕਿੰਨੇ ਦਾ ਫਰਕ ਪੈ ਗਿਆ 11 ਦਾ। ਕਿਹਦੇ ਪਿੱਛੇ 25 ਦੇ ਪਿੱਛੇ, ਕਿਉਂਕਿ ਬੱਚਿਓ ਜਿਹੜੀ ਆਪਣੀ 25 ਆਉਗੀ ਓਰੀਜਨਲ ਵੈਲਿਊ ਆ, ਗੁਣਾ ਆਪਾਂ 100 ਕਰਾਂਗੇ ਬੱਚਿਓ, ਕਿਉਂਕਿ ਆਪਾਂ ਪਰਸੈਂਟ ਦੀ ਗੱਲ ਕਰ ਰਹੇ ਹਾਂ। 25 ਨੂੰ ਕੈਂਸਲ ਕਰਾਂਗੇ 4 ਤੇ, ਤਾਂ ਆਪਾਂ ਨੂੰ 44% ਦਾ ਵਿਕਰੀ ਦੇ ਵਿੱਚ ਵਾਧਾ ਹੋਊਗਾ। 44% ਦਾ ਬੱਚਿਓ ਵਿਕਰੀ ਦੇ ਵਿੱਚ ਆਪਣੇ ਕੋਲੇ ਵਾਧਾ ਹੋਊਗਾ, ਜਿਹੜਾ ਕਿ ਬੱਚਿਓ ਡੀ ਵਾਲਾ ਬਿਲਕੁਲ ਸਹੀ ਆਂਸਰ ਆ। ਆਪਣਾ ਆਂਸਰ ਕੀ ਆਊਗਾ ਡੀ ਵਾਲਾ। ਇਹ ਆਪਾਂ ਰੇਸ਼ੋ ਮੈਥਡ ਦੇ ਨਾਲ ਸਾਨੂੰ ਸੋਲਵ ਕਰ ਰਹੇ ਹਾਂ, ਆਪਣਾ ਡੀ ਵਾਲਾ ਬੱਚਿਓ ਆਂਸਰ ਆਊਗਾ ਕੁਐਸਚਨ ਵਿੱਚ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਹਾਂਜੀ, ਇਹਦੇ ਵਿੱਚ ਆਪਾਂ ਨੂੰ ਬੋਰਡ ਵਾਲਾ ਕੁਐਸਚਨ ਕਿਹਾ ਬੱਚਿਓ, ਕਹਿੰਦੇ ਇੱਕ ਵਿਅਕਤੀ ਜੋ ਉੱਪਰ ਵੱਲ ਨੂੰ ਜਾਂਦਾ, ਉੱਪਰ ਵੱਲ ਨੂੰ ਜਾਂਦਾਗਾ, ਇਹਦਾ ਮਤਲਬ ਕੀ ਆ, ਜਿਹੜਾ ਪਾਣੀ ਵਗਦਾਗਾ ਉਹਦੇ ਉਲਟ ਦਿਸ਼ਾ ਦੇ ਵਿੱਚ ਜਾਂਦਾਗਾ। ਜਦੋਂ ਉਲਟ ਦਿਸ਼ਾ ਦੇ ਵਿੱਚ ਜਾਂਦਾਗਾ ਤਾਂ ਕੀ ਕਰਦਾ ਬੱਚਿਓ 20 ਕਿਲੋਮੀਟਰ ਤੈਅ ਕਰਦਾਗਾ। ਕਿੰਨਾ ਤੈਅ ਕਰਦਾ ਬੱਚਿਓ 20 ਕਿਲੋਮੀਟਰ। ਜਦੋਂ ਉਹੀ ਵਿਅਕਤੀ ਨੀਚੇ ਨੂੰ ਜਾਂਦਾਗਾ, ਪਾਣੀ ਦੀ ਦਿਸ਼ਾ ਵੱਲ ਜਾਂਦਾਗਾ, ਹੁਣ ਬੱਚਿਓ ਕਿੰਨਾ ਕਰਦਾਗਾ 30 ਕਿਲੋਮੀਟਰ। ਠੀਕ ਆ, ਜਦੋਂ ਬੱਚਿਓ ਕੋਈ ਵਿਅਕਤੀ ਉੱਪਰ ਨੂੰ ਜਾਂਦਾਗਾ ਤਾਂ ਕਿੰਨੀ ਦੂਰੀ ਤੈਅ ਕਰਦਾਗਾ 20 ਕਿਲੋਮੀਟਰ। ਜਦੋਂ ਬੱਚਿਓ ਉਹੀ ਵਿਅਕਤੀ ਥੱਲੇ ਨੂੰ ਆਉਂਦਾ ਤਾਂ ਕਿੰਨੀ ਦੂਰੀ ਤੈਅ ਕਰਦਾਗਾ 30 ਕਿਲੋਮੀਟਰ। ਸਮਾਂ ਕਿੰਨਾ ਲੱਗਦਾ ਬੱਚਿਓ ਉਹੀ 5 ਘੰਟੇ। ਸਮਾਂ ਦੋਵਾਂ ਵੇਲੇ, ਇੱਧਰ ਉੱਪਰ ਜਾਣ ਵੇਲੇ ਵੀ 5 ਘੰਟੇ ਲੱਗਦੇ ਆ, ਥੱਲੇ ਜਾਣ ਵੇਲੇ ਵੀ 5 ਘੰਟੇ ਲੱਗਦੇ ਆ। ਥੱਲੇ ਜਾਣ ਵੇਲੇ ਦੂਰੀ ਕਿਉਂ ਵੱਧ ਤੈਅ ਹੋ ਰਹੀ ਹੈ ਬੱਚਿਓ, ਕਿਉਂਕਿ ਜਿਹੜਾ ਪਾਣੀ ਆ ਉਹਦਾ ਵਹਾਅ ਹੈਗਾ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਨੂੰ ਬੰਦਾ ਜਾ ਰਿਹਾ, ਤਾਂ ਕਰਕੇ ਦੂਰੀ ਉਹ ਵੱਧ ਤੈਅ ਕਰ ਰਿਹਾ। ਜੇ ਮੈਂ ਗਤੀ ਦੇਖੋ ਉੱਪਰ ਨੂੰ ਜਾਂਦਾਗਾ, ਕਿੰਨੀ ਦੂਰੀ ਤੈਅ ਕਰਦਾਗਾ 20, ਸਮਾਂ ਕਿੰਨਾ ਲੱਗਦਾ 5 ਘੰਟੇ, ਤਾਂ ਕਿੰਨੀ ਦੀ ਗਤੀ ਨਾਲ ਚੱਲੂਗਾ ਬੱਚਿਓ 4 ਕਿਲੋਮੀਟਰ ਪ੍ਰਤੀ ਘੰਟਾ। ਕਿੰਨੇ ਦੀ ਗਤੀ ਨਾਲ ਚੱਲੂਗਾ 4 ਕਿਲੋਮੀਟਰ ਪ੍ਰਤੀ ਘੰਟਾ। ਜੇ ਥੱਲੇ ਨੂੰ ਦੂਰੀ ਕਿੰਨੀ ਤੈਅ ਕਰਦਾ ਬੱਚਿਓ 30, ਸਮਾਂ ਕਿੰਨਾ ਲਾਉਂਦਾਗਾ 5 ਘੰਟੇ, ਤਾਂ ਥੱਲੇ ਨੂੰ ਕਿੰਨੀ ਦੂਰੀ ਦੇ ਨਾਲ ਕਿੰਨੀ ਗਤੀ ਨਾਲ ਚੱਲੂਗਾ ਬੱਚਿਓ 6 ਕਿਲੋਮੀਟਰ ਪ੍ਰਤੀ ਘੰਟਾ। ਠੀਕ ਆ, ਉੱਪਰ ਨੂੰ ਜਾਂਦਾ ਬੱਚਿਓ 4 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ, ਥੱਲੇ ਨੂੰ ਜਾਂਦਾਗਾ 6 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ। ਦੇਖੋ ਆਪਣੇ ਕੋਲ ਫਾਰਮੂਲਾ ਹੁੰਦਾ ਬੱਚਿਓ, ਜਿੰਨਾ ਆਪਾਂ ਦੂਰੀ ਤੈਅ ਕਰਦੇ ਹਾਂ, ਦੂਰੀ ਬਟਾ ਸਮਾਂ। ਬੱਚਿਓ ਜਿਹੜਾ ਦੂਰੀ ਬਟਾ ਸਮਾਂ ਹੁੰਦਾ, ਦੂਰੀ ਬਟਾ ਸਮਾਂ ਆਪਾਂ ਨੂੰ ਕੀ ਦੱਸਦਾ ਹੈ ਗਤੀ। ਗਤੀ ਕਿਹਦੇ ਬਰਾਬਰ ਹੁੰਦੀ ਹੈ ਬੱਚਿਓ ਦੂਰੀ ਬਟਾ ਸਮਾਂ। ਤਾਂ ਉੱਪਰ ਨੂੰ ਜਾਂਦਾਗਾ 4 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ, ਤੇ ਥੱਲੇ ਨੂੰ ਆਉਂਦਾ ਬੱਚਿਓ 6 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ। ਹੁਣ ਇਹਨਾਂ ਨੇ ਕੀ ਪੁੱਛਿਆਗਾ ਵਾਟ ਇਜ਼ ਦਾ ਸਪੀਡ ਆਫ ਕਰੰਟ। ਕਰੰਟ ਮਤਲਬ ਬੱਚਿਓ ਪਾਣੀ ਦੀ ਸਪੀਡ ਕਹਿੰਦੇ ਆ। ਤਾਂ ਉਹਦੇ ਲਈ ਕੀ ਕਰਦੇ ਹੁੰਦੇ ਆ, ਉੱਪਰਲੀ ਗਤੀ ਤੇ ਥੱਲੇਲੀ ਗਤੀ ਨੂੰ ਕਹਿੰਦੇ ਮੈਨਸ। ਆਪਾਂ ਕਰਾਂਗੇ 6 ਮਿੰਟ 4
बटा कितना लाओगे बच्चों ਆਪਾਂ 2 ਤਾਂ ਕਿੰਨਾ ਆ ਗਿਆ 2 2 ਬਟਾ 2 ਕੱਟਾਂਗੇ ਤਾਂ ਕਿੰਨਾ ਆ ਗਿਆ ਬੱਚਿਓ ਆਪਣੇ ਕੋਲ 1 ਕਿਲੋਮੀਟਰ ਪ੍ਰਤੀ ਘੰਟਾ। ਗਤੀ ਕਿੰਨੀ ਆ ਗਈ ਜਿਹੜੀ ਪਾਣੀ ਦੀ ਗਤੀ ਹੈ ਬੱਚਿਓ 1 ਕਿਲੋਮੀਟਰ ਪ੍ਰਤੀ ਘੰਟਾ। ਜੇ ਆਪਣੇ ਕੋਲ 1 ਕਿਲੋਮੀਟਰ ਦਾ ਕਿਹੜਾ ਬੱਚਿਓ C ਵਾਲਾ ਆਪਣੇ ਬੱਚਿਓ ਬਿਲਕੁਲ ਸਹੀ ਆਨਸਰ ਆ। ਆਪਣਾ ਆਨਸਰ ਕਿਹੜਾ ਹੋਊਗਾ ਬੱਚਿਓ C ਵਾਲਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ क्वेश्चन नंबर 53। एक ही अपने को नंबर सीरीज ਇਹਦੇ ਵਿੱਚ ਕਿੰਨੇ ਆ 11 ਤੋਂ 13 ਹੋਣਾ 11 ਤੋਂ 13 ਹੋਣਾ 2 ਦਾ ਫਰਕ ਪੈ ਗਿਆ 13 ਤੋਂ 17 ਹੋਣਾ ਬੱਚਿਓ 4 ਦਾ ਫਰਕ ਪੈ ਗਿਆ 17 ਤੋਂ 23 ਹੋਣਾ ਤਾਂ ਬੱਚਿਓ 6 ਦਾ ਫਰਕ ਪੈ ਗਿਆ। ਅੱਗੇ ਆਪਾਂ 8 ਦੀ ਗੱਲ ਕਰੀਏ ਜੇ 23 ਦੇ ਵਿੱਚ ਬੱਚਿਓ ਮੈਂ 8 ਜੋੜਾਂ ਕਿੰਨਾ ਆ ਗਿਆ 11 ਤੇ 31 ਤਾਂ ਆਨਸਰ ਕਿੰਨਾ ਬਣਨਾ ਚਾਹੀਦਾ ਬੱਚਿਓ ਆਪਣੇ ਕੋਲ 31 C ਵਾਲਾ ਆਪਣੇ ਬੱਚਿਓ ਆਨਸਰ ਆਊਗਾ ਦਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ 55 ਦੇ ਵਿੱਚ ਇਹਦੇ ਵਿੱਚ HCF ਤੇ LCM ਆਪਾਂ ਨੂੰ ਦਿੱਤਾ ਹੋਇਆ ਬੱਚਿਓ LCM HCF ਕਿੰਨਾ ਬੱਚਿਓ 16 LCM ਕਿੰਨਾ ਬੱਚਿਓ ਆਪਣੇ ਕੋਲੇ 240। ਹੁਣ ਅੱਗੇ ਇਹਨਾਂ ਨੇ ਕੀ ਕਿਹਾ ਗਿਆ ਇੱਕ ਨੰਬਰ ਬੱਚਿਓ ਆਪਾਂ ਨੂੰ 48 ਦਿੱਤਾ ਹੋਇਆ ਦੂਸਰਾ ਨੰਬਰ ਆਪਾਂ ਪਤਾ ਕਰਨਾਗਾ। ਇਸ ਤਰ੍ਹਾਂ ਦੇ ਬੱਚਿਓ ਆਪਣੇ ਕੋਲੇ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੁੰਦੇ ਆ। ਇਹਦਾ ਫਾਰਮੂਲਾ ਆਪਣੇ ਕੋਲ ਜਿਹੜਾ HCF ਆ ਜਿਹੜਾ ਨੰਬਰ ਦਾ HCF ਆ ਤੇ ਨੰਬਰ ਦਾ LCM ਬੱਚਿਓ ਉਹਨਾਂ ਦੀ ਦੋਵਾਂ ਦੀ ਗੁਣਾ ਕਰ ਦੋ। ਦੋਵਾਂ ਦੀ ਗੁਣਾ ਕਰਕੇ ਕਿਹਦੇ ਬਰਾਬਰ ਆਊਗਾ ਪਹਿਲੇ ਨੰਬਰ ਦੀ ਗੁਣਾ ਤੇ ਦੂਜੇ ਨੰਬਰ ਦੀ ਗੁਣਾ। HCF कितना बच्चों 16 LCM कितना बच्चों 240 पहला नंबर कितना बच्चों 48 दूसरा नंबर बच्चों आपको पता करना है 48 बच्चों नीचे चला जाएगा 16 गुना 240 बटा कितना बच्चों 48। हम देखो आप n2 कटनी है 24 24 कम 24 24 दूना कितना होता बच्चों 48 16 कितना आ गया 8 तब बच्चों अपने को कितना आ रहा है 80 8 दूनी 8 ਨੂੰ 10 ਨਾ ਕਰਾਂਗੇ ਤਾਂ ਬੱਚੋਂ ਕਿੰਨਾ ਹੋਊਗਾ 80। ਇਹਦੇ ਵਿੱਚ ਆਪਣਾ ਬੱਚੋਂ ਜਿਹੜਾ ਆਨਸਰ ਆਊਗਾ ਉਹ ਕਿਹੜਾ ਹੋਊਗਾ 80। ए वाला अपना बिल्कुल सही आंसर अपना आंसर किहड़ा होगा बच्चों ए वाला। उस तो बाद ਆਪਾਂ ਕੀ ਗੱਲ ਕਰਦੇ ਹਾਂ हाँ जी देखो रीजनिंग ਦਾ ਸਵਾਲ ਆਪਣੇ ਕੋਲ ਇੱਕ ਸੀਰੀਜ਼ ਬਣ ਗਿਆ। ਪਹਿਲਾਂ ਇੱਕ ਐਸ ਸੀ ਫਿਰ ਕਿੰਨੇ ਬਣ ਗਏ ਬੱਚਿਓ 4 ਕਿੰਨੇ ਦਾ ਫਰਕ ਪੈ ਗਿਆ 3 ਐਡ ਹੋ ਗਿਆ। ਅੱਗੇ ਆਪਣੇ ਕੋਲ ਬੱਚਿਓ ਕਿੰਨਾ 3 6 7 ਪਹਿਲਾਂ ਦੇਖੋ 3 ਐਡ ਹੋਈਆਂ ਸੀ ਫਿਰ ਬੱਚਿਓ 3 ਹੋਰ ਐਡ ਹੋ ਗਈਆਂ। ਹੁਣ ਅੱਗੇ 3 ਹੋਰ ਐਡ ਹੋਣਗੀਆਂ 7 ਦੇ 3 ਐਡ ਕਰਾਂਗੇ ਤਾਂ ਬੱਚਿਓ 10 ਆਉਣਗੀਆਂ ਤਾਂ ਆਪਣਾ ਆਨਸਰ ਕਿਹੜਾ ਹੋਊਗਾ 10 ਵਾਲਾ 3 6 9 ये भी नहीं है बच्चों। देखो 3 6 9 10 तब बच्चों C वाला अपना बिल्कुल सही आंसर आंसर किहड़ा होगा बच्चों C वाला बिल्कुल सही आंसर। उस तो बाद ਆਪਾਂ ਕੀ ਗੱਲ ਕਰਦੇ ਹਾਂ हाँ जी क्वेश्चन नंबर 55 ਇਹਦੇ ਵਿੱਚ ਬੱਚਿਓ ਕੀ ਕਿਹਾਗਾ ਕਿ ਜਿਹੜੀ ਅਮਰੇਲਾ ਆਪਣੇ ਕੋਲੇ ਛਤਰੀ ਉਹ ਕਾਦੇ ਵਾਸਤੇ ਬੱਚਿਓ ਰੇਨ ਵਾਸਤੇ ਠੀਕ ਹੈ। ਅਮਰੇਲਾ ਦਾ ਜਿਹੜਾ ਲਿੰਕ ਆ ਉਹ ਕਾਦੇ ਨਾਲ ਹੈਗਾ ਰੇਨ ਦੇ ਨਾਲ। ਤਾਂ ਬੱਚਿਓ ਆਪਣੇ ਕੋਲ ਗੋਗਲਸ ਨੇ ਉਹਦਾ ਲਿੰਕ ਕਿਹਦੇ ਨਾਲ ਹੋਊਗਾ ਸਾਈਡ ਨਿਗਾਹ ਦੇ ਨਾਲ ਠੀਕ ਆ। ਗੋਗਲਸ ਦਾ ਆਪਣਾ ਕਿਹਦੇ ਨਾਲ ਹੋਊਗਾ ਨਿਗਾਹ ਦੇ ਨਾਲ ਠੀਕ ਆ। ਜਿਸ ਤਰ੍ਹਾਂ ਆਪਣਾ ਛਤਰੀ ਦਾ ਲਿੰਕ ਕਿਹਦੇ ਨਾਲ ਆ ਨੀ ਦੇ ਨਾਲ ਆਪਾਂ ਇਸ ਤਰ੍ਹਾਂ ਨੂੰ ਕਰਾਂਗੇ। ਉਸ ਤੋਂ ਬਾਅਦ ਅੱਗੇ ਦੇਖਣਾ ਬੱਚਿਓ ਆਪਾਂ 57 ਨੰਬਰ ਕੁਐਸਚਨ ਇਹਦੇ ਵਿੱਚ ਕੀ ਕਿਹਾ ਫਾਈਂਡ ਦਾ ਮੈਕਸਿਮਮ ਏਰੀਆ ਆਫ ਦਾ ਸਕੁਅਰ ਫੀਲਡ ਠੀਕ ਆ। ਆਪਾਂ ਇੱਕ ਵਰਗ ਦਾ ਖੇਤਰਫਲ ਬੱਚਿਓ ਪਤਾ ਕਰਨਾਗਾ ਜਿਹਦੇ ਕੀ ਕਹਾਂਗਾ ਕਿ ਅਰਾਊਂਡ ਇੱਕ ਰੱਸਾ ਬਣਿਆਗਾ ਜਿਹੜਾ ਰੱਸਾ ਬੱਚਿਓ ਦੇ ਅਰਾਊਂਡ ਆ ਉਹਦੀ ਲੰਬਾਈ ਕਿੰਨੀ ਆ 400 ਮੀਟਰ। ਦੇਖੋ ਬੱਚੇ ਆਪਣੇ ਕੋਲ ਇੱਕ ਵਰਗ ਹੁੰਦਾਗਾ ਬੱਚੇ ਇੱਕ ਕੀ ਹੁੰਦਾ ਆਪਣੇ ਕੋਲੇ ਵਰਗ ਜਿਹੜਾ ਵਰਗ ਆਪਣੇ ਕੋਲੇ ਉਹਦੇ ਉੱਪਰ ਦੀ ਇੱਕ ਰੱਸਾ ਲੈ ਕੇ ਆਉਂਦੇ ਆਪਾਂ ਇਸ ਤਰ੍ਹਾਂ ਉਹਦੇ ਉੱਪਰ ਦੀ ਬੱਚੇ ਇੱਕ ਰੱਸਾ ਜਾ ਰਿਹਾਗਾ ਤੇ ਰੱਸਾ ਦੀ ਜਿਹੜੀ ਲੰਬਾਈ ਉਹ ਕਿੰਨੀ ਹੈ ਬੱਚਿਓ 400 ਮੀਟਰ। ਰੱਸੇ ਦੀ ਲੰਬਾਈ ਬੱਚਿਓ ਕਿੰਨੀ ਆ 400 ਮੀਟਰ। 400 ਮੀਟਰ ਅਗਰ ਆਪਾਂ ਕਿਸੇ ਵਰਗ ਦੇ ਉੱਪਰ ਦੀ ਰੱਸਾ ਲੈ ਕੇ ਜਾ ਰਹੇ ਹਾਂ ਇਹਦਾ ਮਤਲਬ ਕੀ ਕਹਿ ਰਹੇ ਆਪਾਂ ਜਿਹੜਾ 400 ਮੀਟਰ ਬੱਚਿਓ ਉਹ ਵਰਗ ਦਾ ਕੀ ਆ ਉਹ ਵਰਗ ਦਾ ਆਪਣੇ ਕੋਲ ਕੀ ਹੋਊਗਾ ਪਰਿਮਾਪ ਠੀਕ ਆ। ਪਰਿਮਾਪ ਆਪਣੇ ਕੋਲ ਕਿੰਨਾ 400 ਮੀਟਰ ਜਿਹਨੂੰ ਆਪਾਂ ਬੱਚਿਓ ਪੈਰੀਮੀਟਰ ਬੋਲਦੇ ਆ। ਜਿਹੜਾ ਵਰਗ ਦਾ ਆਪਾਂ ਨੂੰ ਪੈਰੀਮੀਟਰ ਦੇ ਰੱਖਿਆ ਕਿੰਨਾ ਬੱਚਿਓ 400। ਜੇ ਆਪਾਂ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਬੱਚਿਓ 4a ਕਿਹਦੇ ਬਰਾਬਰ ਆ ਬੱਚਿਓ 400 ਦੇ ਤਾਂ a ਆਪਣੇ ਕੋਲ ਕਿਹਦੇ ਬਰਾਬਰ ਹੋਊ 400/4 ਕੈਨਸਲ ਕਰਾਂਗੇ ਤਾਂ ਕਿਹਦੇ ਬਰਾਬਰ ਆਊਗੀ 100 ਦੇ ਬਰਾਬਰ। a ਬੱਚਿਓ ਕਿਹਦੇ ਬਰਾਬਰ ਆ ਗਈ 100 ਦੇ ਬਰਾਬਰ। ਖੇਤਰਫਲ ਦੀ ਗੱਲ ਕੀਤੀ ਹੈ a ਗੁਣਾ a ਤਾਂ ਮਤਲਬ ਬੱਚਿਓ 100 ਗੁਣਾ 100 100 ਗੁਣਾ 100 ਕਿੰਨਾ ਹੋਊਗਾ ਬੱਚਿਓ ਆਪਣੇ ਕੋਲੇ 10000। ਅਗਰ ਮੀਟਰ ਦਾ ਬੱਚਿਓ ਆਪਾਂ ਮੀਟਰ ਦੀ ਸਕੁਅਰ ਲਵਾਂਗੇ आंसर कितना होगा बच्चों अपने को 10000 जेड़ा कि अपने को बच्चों डी वाला आंसर आ। अपना आंसर केड़ा होगा बच्चों डी वाला अपना ਇਹਦੇ ਵਿੱਚ ਆਨਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਹਾਂਜੀ ਅੱਗੇ ਆਪਣੇ ਕੋਲ ਨੰਬਰ ਦਿੱਤੇ ਉਹਨਾਂ ਦੇ ਵਿੱਚ ਲਿੰਕ ਆਪਾਂ ਦੇਖਦੇ ਹਾਂ ਕੀ ਰਿਲੇਸ਼ਨ ਆ। 52 ਤੋਂ ਕਿੰਨਾ ਬਣਿਆ ਹੋਇਆ 68 52 ਤੋਂ ਬੱਚਿਓ ਕਿੰਨਾ ਬਣਿਆ ਹੋਏਗਾ 68 ਤਾਂ ਆਪਾਂ ਕਹਿੰਦੇ ਆ ਕਿ ਦੇਖੋ ਇੱਥੇ ਕਿੰਨਾਗਾ 42 ਠੀਕ ਆ। ਤਾਂ ਇਹਨਾਂ ਦੇ ਵਿੱਚ ਕਿੰਨੇ ਦਾ ਲਿੰਕ ਆ ਤਾਂ ਦੇਖੋ ਬੱਚਿਓ 6 1 ਕਿੰਨੇ ਦਾ ਫਰਕ ਹੈ 16 ਦਾ ਤਾਂ ਇੱਥੇ ਆਪਾਂ ਅਗਰ ਇਹਦੇ ਵਿੱਚ 16 ਜੋੜੀਏ 42 + 16 ਤਾਂ ਕਿੰਨਾ ਬਣੂ ਆਪਣੇ ਕੋਲ ਬੱਚਿਓ 58 ਤਾਂ ਕਿੰਨੇ ਬਣੂਗਾ 58 58 ਤਾਂ ਬੱਚਿਓ 58 ਬੱਚਿਓ ਆਪਣਾ ਕਿਹੜਾ ਆਨਸਰ ਆ ਆਪਣੇ ਕੋਲ A ਵਾਲਾ ਆਨਸਰ ਆ। ਇਹਦੇ ਵਿੱਚ ਆਪਣਾ ਬੱਚਿਓ ਕਿਹੜਾ ਆਨਸਰ ਆਊਗਾ A ਵਾਲਾ। ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਹਾਂਜੀ ਦੇਖੋ ਆਪਾਂ ਇੱਕ ਗ੍ਰਾਫ ਬਣਾਇਆ ਹੋਇਆ ਜੀ ਜਿਹੜਾ ਗ੍ਰਾਫ ਉਹਦੇ ਰਿਲੇਟਡ ਆਪਾਂ ਨੂੰ ਬੱਚਿਓ ਕੁਐਸਚਨ ਦਿੱਤੇ ਹੋਏ ਆ।
ਇਹਦੇ ਵਿੱਚ ਕੀ ਆ ਦੇਖੋ ਆਪਣੇ ਕੋਲੇ ਲਿਖਿਆ ਹੋਇਆ ਪ੍ਰੋਪਰ ਇੱਕ ਸਰਕਲ ਆ ਜਿਹੜਾ ਐਸ ਬੱਚਿਓ ਕੀ ਸ਼ੋ ਕਰਦਾਗਾ ਸਕੂਟਰੀ ਜਿਹੜਾ ਐਸ ਵਾਲਾ ਸਰਕਲ ਆ ਦੇਖੋ ਐਸ ਜਿਹੜਾ ਆਪਣੇ ਕੋਲੇ ਆ ਵਾਲਾ ਤਾਂ ਇਹ ਵਾਲਾ ਆਪਣੇ ਕੋਲ ਜਿਹੜਾ ਚੱਕਰ ਆ ਬੱਚਿਓ ਕੀ ਸ਼ੋ ਕਰਦਾ ਸਕੂਟਰੀ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਟੀ ਵਾਲਾ ਉਹ ਟੀ ਨੂੰ ਸ਼ੋ ਕਰਦਾਗਾ ਠੀਕ ਹੈ ਇਸ ਤਰ੍ਹਾਂ ਹੀ ਆਪਣੇ ਕੋਲੇ ਜਿਹੜਾ ਡਬਲਯੂ ਵਾਲਾ ਉਹ ਵਾਸ਼ਿੰਗ ਮਸ਼ੀਨ ਨੂੰ ਜਿਹੜਾ ਡਬਲਯੂ ਉਹ ਕਿਹਨੂੰ ਕਰਦਾ ਬੱਚਿਓ ਵਾਸ਼ਿੰਗ ਮਸ਼ੀਨ ਨੂੰ ਤੇ ਜਿਹੜਾ ਆਪਣੇ ਕੋਲੇ ਸੀ ਆ ਉਹ ਕਿਹਨੂੰ ਕਰਦਾਗਾ ਕਾਰ ਨੂੰ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਇੱਕ ਸਰਕਲ ਬਣਾਇਆ ਉਹਨਾਂ ਦੇ ਬਾਰੇ ਅਲੱਗ-ਅਲੱਗ ਦੱਸਿਆ ਹੋਵੇਗਾ ਹੁਣ ਦੇਖੋ ਫਸਟ ਕੁਐਸਚਨ ਦੇ ਵਿੱਚ ਕੀ ਕਹਿੰਦਾਗਾ ਕਹਿੰਦਾ ਹਾਊਸ ਹੋਲਡਿੰਗ ਜਿਹੜੇ ਘਰ ਵਾਲੇ ਨੇ ਜਿਨ੍ਹਾਂ ਕੋਲੇ ਹੈਵਿੰਗ ਸਕੂਟਰੀ ਆ ਟੀਵੀ ਸੈਟ ਆ ਐਂਡ ਵਾਸ਼ਿੰਗ ਮਸ਼ੀਨ ਆ ਐਂਡ ਨਾਟ ਕਾਰ ਠੀਕ ਆ ਸਕੂਟਰੀ ਵੀ ਹੋਵੇ ਟੀਵੀ ਵੀ ਹੋਵੇ ਵਾਸ਼ਿੰਗ ਮਸ਼ੀਨ ਵੀ ਹੋਵੇ ਪਰ ਕਾਰ ਨਾ ਹੋਵੇ ਤਾਂ ਉਹ ਕਿਹੜੇ ਨੇ ਦੇਖੋ ਆਪਣੇ ਕੋਲੇ ਕੀ ਹੋਣਾ ਚਾਹੀਦਾ ਜਿਹਦੇ ਕੋਲੇ ਕਾਰ ਨਹੀਂ ਹੋਣੀ ਚਾਹੀਦੀ ਆ ਕਾਰ ਵਾਲੇ ਚ ਨਹੀਂ ਹੋਣੇ ਚਾਹੀਦੇ ਤੇ ਬਾਕੀ ਕੀ ਆ ਬਾਕੀ ਇਹ ਤਿੰਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਦੇਖੋ ਆਹ ਕਾਰ ਵਾਲੇ ਚ ਨਹੀਂ ਹੋਣੇ ਚਾਹੀਦੇ ਤਾਂ ਜਿਹੜੇ ਆਪਣੇ ਕੋਲੇ ਆ 12 ਗਾ ਇਹ 12 ਦੇਖੋ ਕਿਹੜੇ ਚ ਆਉਂਦਾਗਾ ਇਹਦੇ ਵਿੱਚ ਵੀ ਆਉਂਦਾਗਾ ਇਹਦੇ ਵਿੱਚ ਵੀ ਆਉਂਦਾਗਾ ਤੇ ਆਪਣੇ ਕੋਲ ਇਹਦੇ ਵਿੱਚ ਵੀ ਆਉਂਦਾ ਆਪਣੇ ਕੋਲ ਕੀ ਆਨਸਰ ਆਊਗਾ ਬੱਚਿਓ 12 ਕੀ ਆ 12 ਆਪਣੇ ਕੋਲ ਸਕੂਟਰ ਵਾਲੇ ਕੋਲੇ ਵੀ ਆਉਂਦਾ ਟੀਵੀ ਕੋਲੇ ਵੀ ਆਉਂਦਾ ਬੱਚਿਓ ਵਾਸ਼ਿੰਗ ਮਸ਼ੀਨ ਵੀ ਆਉਂਦਾ ਤਾਂ ਜਿਹੜਾ 12 ਉਹ ਕਾਰ ਦੇ ਵਿੱਚ ਨਹੀਂ ਆਉਂਦਾ ਕਾਰ ਵਾਲਾ ਨੀਚੇ ਵਾਲਾ ਤਾਂ ਆਪਣਾ ਆਨਸਰ ਕੀ ਹੋਊਗਾ ਬੱਚਿਓ 12 ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਹਾਂਜੀ ਦੂਸਰੇ ਕੁਐਸਚਨ ਦੇ ਵਿੱਚ ਬੱਚੇ ਕੀ ਕਹਿੰਦਾ ਹਾਊਸ ਹੋਲਡਿੰਗ ਕੀ ਆ ਕਾਰ ਹੋਵੇ ਵਾਸ਼ਿੰਗ ਮਸ਼ੀਨ ਹੋਵੇ ਟੀਵੀ ਹੋਵੇ ਬਟ ਨਾਟ ਸਕੂਟਰੀ ਤਾਂ ਉਹਦੇ ਕੋਲ ਕੀ ਆ ਸਕੂਟਰੀ ਨਾ ਹੋਵੇ ਤਾਂ ਸਕੂਟਰੀ ਕਿਹੜੀ ਆ ਵਾਲਾ ਇਹ ਵਾਲਾ ਨਹੀਂ ਹੋਣਾ ਚਾਹੀਦਾ ਤਾਂ ਫਿਰ ਬਾਕੀ ਕਿਹੜਾ ਆ ਗਿਆ ਦੇਖੋ ਜੇ ਆਪਾਂ 7 ਦੀ ਗੱਲ ਕਰੀਏ 7 ਕੋਲੇ ਬੱਚਿਓ ਵਾਸ਼ਿੰਗ ਮਸ਼ੀਨ ਵੀ ਹੈਗਾ ਟੀਵੀ ਵੀ ਹੈਗਾ ਤੇ ਕਾਰ ਵੀ ਹੈਗਾ ਤਾਂ ਆਪਣਾ ਬੱਚਿਓ ਆਨਸਰ ਕੀ ਆਉਣਾ ਚਾਹੀਦਾ 7 ਇਹਦੇ ਵਿੱਚ ਆਨਸਰ ਕੀ ਆਉਣਾ ਚਾਹੀਦਾ ਆਪਣਾ 7 ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਉਸ ਤੋਂ ਬਾਅਦ ਕੀ ਗਿਆ ਹਾਊਸ ਹੋਲਡਿੰਗ ਇਹਦੇ ਵਿੱਚ ਕੀ ਆ ਜਿਹੜੇ ਹੈਵਿੰਗ ਟੀਵੀ ਸੈਟ ਓਨਲੀ ਠੀਕ ਆ ਆਰ ਪ੍ਰੈਜ਼ੈਂਟ ਟੀਵੀ ਸੈਟ ਓਨਲੀ ਜਿਹਦੇ ਵਿੱਚ ਸਿਰਫ ਕੱਲਾ ਟੀਵੀ ਸੈਟ ਆ ਹੁਣ ਦੇਖੋ ਕੱਲੇ ਟੀਵੀ ਸੈਟ ਵਾਲੇ ਕੌਣ ਨੇ ਜਿਹੜਾ 2 ਆ ਦੇਖੋ ਆ ਬਾਕੀ ਤਾਂ ਕਾਮਨ ਆ ਰਿਹਾ ਸਾਰੇ ਕੱਲਾ 2 ਹੈ ਜਿਹੜਾ ਕੱਲਾ ਟੀਵੀ ਸੈਟ ਵਾਲਾ ਇਹਦੇ ਵਿੱਚ ਬੱਚਿਓ ਆਪਣਾ ਆਨਸਰ ਕੀ ਹੋਊਗਾ ਬੀ ਵਾਲਾ ਆਨਸਰ ਕਿਹੜਾ ਹੋਊਗਾ ਇਹਦੇ ਵਿੱਚ ਬੀ ਵਾਲਾ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਹਾਂਜੀ ਅੱਗੇ ਆਪਾਂ ਨੂੰ ਦੇਖੋ ਕਿਹਾ ਹੋਇਆ ਬਹੁਤ ਵਧੀਆ ਕੁਐਸਚਨ ਹੈ ਕਹਿੰਦੇ ਬਾਲ ਦਿਵਸ ਦੇ ਵਿੱਚ ਕੀ ਕੀਤਾਗਾ 540 ਬੱਚਿਆਂ ਨੂੰ ਕੀ ਕਰਨਾ ਸੀ ਬਰਾਬਰ ਟੌਫੀਆਂ ਵੰਡਣੀਆਂ ਸੀ ਬੱਚੇ ਕਿੰਨੇ ਸੀ ਬੱਚਿਓ 540 ਉਹਨਾਂ ਨੂੰ ਕੀ ਕਰਨਾ ਸੀ ਬਰਾਬਰ ਟੌਫੀਆਂ ਵੰਡਣੀਆਂ ਸੀ ਪਰ ਕੀ ਹੋਇਆ ਪਰ ਉਸ ਦਿਨ 120 ਬੱਚੇ ਗੈਰ ਹੋ ਗਏ 120 ਬੱਚੇ ਆਏ ਨਹੀਂ ਜਿਹੜੇ ਬੱਚੇ 120 ਗੈਰ ਹੋ ਗਏ ਜਿਹੜੇ ਬੱਚੇ ਨਹੀਂ ਆਏ ਉਹਨਾਂ ਦੇ ਕਰਕੇ ਕੀ ਹੋ ਗਿਆ ਜਿਹੜੇ ਬਾਕੀ ਬੱਚੇ ਬਚ ਗਏ ਉਹਨਾਂ ਨੂੰ ਕੀ ਹੈ ਹਰੇਕ ਨੂੰ 4-4 ਟੌਫੀਆਂ ਜ਼ਿਆਦਾ ਮਿਲ ਗਈਆਂ ਹਰੇਕ ਨੂੰ ਕਿੰਨੀਆਂ ਮਿਲ ਗਈਆਂ 4-4 ਟੌਫੀਆਂ ਜ਼ਿਆਦਾ ਮਿਲ ਗਈਆਂ ਉਹ ਕਹਿੰਦੇ ਜੇ ਉਹ ਬੱਚੇ ਆਉਂਦੇ ਗੈਰ ਹਾਜ਼ਰ ਨਾ ਹੁੰਦੇ ਤਾਂ ਬੱਚਿਆਂ ਨੂੰ ਕਿੰਨੀਆਂ ਟੌਫੀਆਂ ਮਿਲਣੀਆਂ ਸੀ ਆਪਾਂ ਨੂੰ ਇਹ ਗੱਲ ਪੁੱਛ ਰਹੇ ਆ ਹੁਣ ਦੇਖੋ ਬੱਚਿਓ ਕਿੰਨਿਆਂ ਨੂੰ ਦੇਣੀਆਂ ਸੀ ਆਪਾਂ 540 ਨੂੰ 540 ਦੇ ਵਿੱਚੋਂ 120 ਨਹੀਂ ਆਏ ਤਾਂ ਆਪਣੇ ਕੋਲ ਬੱਚਿਓ ਕਿੰਨੇ ਬਚ ਗਏ 420 ਹੁਣ ਜਿਹੜੀਆਂ ਉਹ ਟੌਫੀਆਂ ਕੌਣ ਖਾਣਗੇ 420 ਕਿਉਂਕਿ ਦੇਖੋ ਬੱਚਿਓ ਟੋਟਲ ਕਿੰਨੇ ਸੀ 540 ਬੱਚਿਆਂ ਨੂੰ ਆਪਾਂ ਟੌਫੀਆਂ ਦੇਣੀਆਂ ਸੀ ਪਰ ਉਹਨਾਂ ਦੇ ਵਿੱਚੋਂ 120 ਬੱਚੇ ਨਹੀਂ ਆਏ ਤਾਂ ਬੱਚੇ ਕਿੰਨੇ ਰਹਿ ਗਏ 420 ਤਾਂ 400 ਬੱਚੇ 20 ਰਹਿ ਗਏ ਜਿਨ੍ਹਾਂ ਨੂੰ ਟੌਫੀਆਂ ਮਿਲ ਗਈਆਂ ਹਰੇਕ ਨੂੰ ਕਿੰਨੀਆਂ ਮਿਲ ਗਈਆਂ 4-4 ਟੌਫੀਆਂ ਵੱਧ ਮਿਲ ਗਈਆਂ ਠੀਕ ਆ ਤਾਂ ਦੇਖੋ 420 ਬੱਚੇ ਆ ਹਰੇਕ ਨੂੰ 4-4 ਟੌਫੀਆਂ ਵੱਧ ਮਿਲ ਗਈਆਂ ਤਾਂ ਆਪਾਂ ਗੱਲ ਕਰੀਏ 0 ਕਿੰਨਾ ਆ ਗਿਆ 8 ਤਾਂ ਕਿੰਨਾ ਆ ਗਿਆ 16 ਤਾਂ ਬੱਚੋ ਆਪਣੇ ਕੋਲ ਕਿੰਨੀਆਂ ਨੇ 1680 ਟੌਫੀਆਂ ਬਚ ਗਈਆਂ ਸੀ ਦੇਖੋ ਜੇ 120 ਬੱਚੇ ਨਹੀਂ ਆਏ ਉਹਨਾਂ ਕਰਕੇ ਆਪਣੇ ਕੋਲ ਬੱਚੇ 1680 ਟੌਫੀਆਂ ਬਚ ਗਈਆਂ ਦੇਖੋ ਜੇ 1680 ਟੌਫੀਆਂ ਬਚ ਗਈਆਂ ਜੇ 120 ਬੱਚੇ ਆਉਂਦੇ ਤਾਂ ਸਾਰਿਆਂ ਨੂੰ ਉਹ ਵੰਡੀਆਂ ਜਾਂਦੀਆਂ ਤਾਂ ਦੇਖੋ 100 ਕਿੰਨਾ ਆ ਗਿਆ 1680 ਆ ਗਿਆ ਟੌਫੀਆਂ ਜੇ 120 ਬੱਚੇ ਆਉਂਦੇ ਇਹ ਉਹਨਾਂ ਨੂੰ ਵੰਡੀਆਂ ਜਾਂਦੀਆਂ ਜਿਹੜੀਆਂ ਟੌਫੀਆਂ ਬੱਚੀਆਂ ਨੇ ਕਿੰਨੀਆਂ ਟੌਫੀਆਂ ਬੱਚੀਆਂ ਨੇ 1640 ਜਿਹੜੀਆਂ 1680 ਜਿਹੜੀਆਂ 1680 ਟੌਫੀਆਂ ਬੱਚੀਆਂ ਨੇ ਇਹ ਕਿੰਨਾਂ ਨੂੰ ਵੰਡਤੀਆਂ ਆਪਾਂ 420 ਬੱਚਿਆਂ ਨੂੰ ਜੇ ਉਹ 420 ਬੱਚਿਆਂ ਨੂੰ ਵੰਡਤੀਆਂ ਜੇ ਉਹ 120 ਬੱਚੇ ਆਉਂਦੇ ਤਾਂ ਇਹ ਉਹਨਾਂ ਨੂੰ ਦੇਣੀਆਂ ਸੀ ਤਾਂ ਹਰੇਕ ਨੂੰ ਕਿੰਨੀਆਂ ਆਉਣੀਆਂ ਸੀ 0 ਨਾਲ 0 ਕੱਟੇਗੀ 12 ਏਕਮ 12 ਕਿੰਨਾ ਬਚ ਗਿਆ 4 ਤਾਂ ਆਪਣੇ ਕੋਲ ਹਰੇਕ ਨੂੰ ਆਪਾਂ 14 ਟੌਫੀਆਂ ਦੇਣੀਆਂ ਸੀ ਬੱਚੇ ਹਰੇਕ ਨੂੰ ਕਿੰਨੀਆਂ ਦੇਣੀਆਂ ਸੀ ਆਪਾਂ 14 ਟੌਫੀਆਂ ਦੇਣੀਆਂ ਸੀ ਤੁਸੀਂ ਦੇਖਣਾਗਾ 120 ਬੱਚੇ ਨਹੀਂ ਆਏ 120 ਬੱਚੇ ਨਾ ਆਉਣ ਕਰਕੇ ਜਿਹੜੇ 420 ਬੱਚੇ ਬਚ ਗਏ ਉਹਨਾਂ ਨੂੰ ਹਰੇਕ ਨੂੰ 4-4 ਟੌਫੀਆਂ ਮਿਲ ਗਈਆਂ ਤਾਂ ਕਿੰਨੀਆਂ ਟੌਫੀਆਂ ਮਿਲ ਗਈਆਂ ਬੱਚੇ 0 8 1680 ਟੌਫੀਆਂ ਬਚ ਗਈਆਂ ਸੀ ਜਿਹੜੀਆਂ ਇਹਨਾਂ ਨੂੰ 4-4 ਦਿੱਤੀਆਂ ਜੇ 1680 ਟੌਫੀਆਂ ਬਚ ਗਈਆਂ ਜੇ ਉਹ ਬੱਚੇ 120 ਆ ਜਾਂਦੇ ਤਾਂ ਆਪਾਂ ਉਹਨਾਂ ਨੂੰ ਵੰਡਣੀਆਂ ਸੀ ਜੇ ਆਪਾਂ 120 ਬੱਚੇ ਆ ਜਾਂਦੇ ਤਾਂ ਹਰੇਕ ਨੂੰ ਕਿੰਨੀਆਂ ਹੋਣੀਆਂ ਸੀ 14 ਟੌਫੀਆਂ ਤਾਂ ਬੱਚੇ ਆਪਣਾ ਸੀ ਵਾਲਾ ਦੇ ਵਿੱਚ ਆਨਸਰ ਹੋਊਗਾ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਹਾਂਜੀ ਕੁਐਸਚਨ ਨੰਬਰ ਆਪਣੇ ਕੋਲੇ 65 ਦੇਖੋ ਇਹ ਚ ਲਿਖਿਆ 52 ਦੀ ਗੁਣਾ ਬੱਚੋ ਕਿਹਦੇ ਨਾਲ ਕੀਤੀ ਹੋਈ ਹੈ 52 ਦੇ ਨਾਲ ਫਿਰ ਡਿਵਾਈਡ ਕਿਹਦੇ ਨਾਲ ਕੀਤਾ ਹੋਇਆ 26 ਦੇ ਨਾਲ
डिवाइड कितने कितना होया 26 ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਡਿਵਾਈਡ ਕਰਾਂਗੇ ਫਿਰ ਆਪਾਂ ਮਲਟੀਪਲਾਈ। ਦੇਖੋ ਡਿਵਾਈਡ ਕਰਾਂਗੇ 52 ਗੁਣਾ 52 ਬਟਾ ਬੱਚੋ ਕਿੰਨਾ ਆ ਗਿਆ 26। 26 ਨੂੰ ਕੈਂਸਲ ਕਰਾਂਗੇ ਕਿੰਨੇ ਤੇ ਗਿਆ 2 ਤੇ 52 ਗੁਣਾ ਬੱਚੋ 2 52 ਦੀ 2 ਨਾਲ ਕਰਾਂਗੇ 104। अपना बच्चों आंसर कितना होगा 104। ਤਾਂ B ਵਾਲਾ ਬੱਚੋ ਆਪਣੇ ਕੋਲੇ ਆਨਸਰ ਆਊਗਾ। ਆਨਸਰ ਕਿਹੜਾ ਹੋਊਗਾ ਆਪਣੇ ਕੋਲੇ B ਵਾਲਾ। ਉਸ ਤੋਂ ਬਾਅਦ ਆਪਾਂ ਕੀ ਗੱਲ ਕਰਦੇ ਹਾਂ ਕੁਐਸਚਨ ਨੰਬਰ ਆਪਣੇ ਕੋਲ 64। ਇਹਦੇ ਵਿੱਚ ਕੀ ਕਿਹਾ ਹੋਏਗਾ ਕਿ ਦਾ ਰੇਸ਼ੋ ਆਫ ਏਜ A ਤੇ B ਦੀ ਜਿਹੜੀ ਉਮਰ ਦੀ ਰੇਸ਼ੋ ਦਿੱਤਾ ਅਨੁਪਾਤ ਕਿੰਨਾ ਦਿੱਤਾ ਹੋਏਗਾ 3:5। ਕਿੰਨਾ ਦਿੱਤਾ ਹੈ ਬੱਚੋ 3:5। ਕਹਿੰਦਾ ਇਫ B is 8 year old ਕਹਿੰਦਾ 8 ਸਾਲ ਵੱਡੀ ਹੈ ਕੀ ਤੋਂ A ਤੋਂ then what is the A ਏਜ। ਦੇਖੋ ਆਪਾਂ ਨੂੰ ਕੀ ਆ ਦੋਵਾਂ ਦੀ ਉਮਰ ਦਾ ਅਨੁਪਾਤ ਦਿੱਤਾ ਹੋਏਗਾ। ਜੇਕਰ ਕਹਿੰਦੇ ਵੀ ਜਿਹੜਾ B ਆ ਉਹ 8 ਸਾਲ ਵੱਡਾ ਗਾ ਇਹਦੇ ਨਾਲੋਂ A ਨਾਲੋਂ। ਦੇਖੋ ਆਪਣੇ ਹਿਸਾਬ ਨਾਲ ਬੱਚੋ ਕਿੰਨਾ ਵੱਡਾ ਗਾ 2 ਹਿੱਸੇ। ਕਿੰਨਾ ਵੱਡਾ ਗਾ 2 ਹਿੱਸੇ ਠੀਕ ਆ। ਤੇ 2 ਹਿੱਸੇ ਵੱਡਾ ਗਾ ਕਿੰਨੇ ਸਾਲ ਕਹਿੰਦੇ 8 ਸਾਲ। ਤਾਂ ਇੱਕ ਹਿੱਸਾ ਕਿਹਦੇ ਬਰਾਬਰ ਆ ਗਿਆ ਬੱਚੋ ਇੱਕ ਹਿੱਸਾ ਇੱਕ ਯੂਨਿਟ ਬੱਚੋ ਕਿਹਦੇ ਬਰਾਬਰ ਆ ਗਈ 4 ਸਾਲ ਦੇ ਬਰਾਬਰ। ਇੱਕ ਕਿਹਦੇ ਬਰਾਬਰ ਆ ਗਈ 4 ਸਾਲ ਦੇ ਬਰਾਬਰ। ਹੁਣ ਬੱਚੋ ਇਹਨਾਂ ਨੇ ਕਿਹਾ A ਦਾ ਇਹਨਾਂ ਨੇ ਕਿਹਦਾ ਕਿਹਾ ਬੱਚੋ A ਦਾ। A ਕੋਲੇ ਕਿੰਨੇ ਹਿੱਸੇ ਆਪਣੇ ਕੋਲੇ A ਕੋਲੇ ਬੱਚੇ ਦੇ 3 ਹਿੱਸੇ। ਤਾਂ ਇੱਕ ਹਿੱਸਾ ਕਿਹਦੇ ਬਰਾਬਰ 4 ਦੇ ਬਰਾਬਰ 3 ਕਿਹਦੇ ਬਰਾਬਰ ਬੱਚੋ 12 ਦੇ ਬਰਾਬਰ। ਆਪਣਾ ਆਨਸਰ ਕੀ ਆਊਗਾ ਬੱਚੋ A ਵਾਲਾ। ਆਪਣਾ ਆਨਸਰ ਕੀ ਆਊਗਾ ਬੱਚੋ ਇਹਦੇ ਵਿੱਚ A ਵਾਲਾ ਆਪਣਾ ਬਿਲਕੁਲ ਸਹੀ ਆਨਸਰ। ਆਪਾਂ ਆਨਸਰ ਕੀ ਕਰਾਂਗੇ ਇਹਦੇ ਵਿੱਚ A ਵਾਲਾ ਆਪਾਂ ਨੂੰ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਕੁਐਸਚਨ ਨੰਬਰ 65। 65 ਦੇ ਵਿੱਚ ਆਪਣੇ ਕੋਲੇ ਬਲੱਡ ਰਿਲੇਸ਼ਨ ਦਾ ਕੁਐਸਚਨ ਆ ਕਹਿੰਦੇ Q ਇਜ਼ ਦਾ ਬ੍ਰਦਰ ਆਫ R। ਦੇਖੋ ਜਿਹੜਾ Q ਆ ਉਹ ਕੀ ਆ ਭਰਾ। ਆਪਾਂ ਚੌਰਸ ਬਾਕਸ ਲਾਇਆ ਕਿਹਦਾ ਭਰਾ ਦਾ R ਦਾ। Q is the brother of R। ਜਿਹੜਾ Q ਆ ਉਹ R ਦਾ ਕੀ ਆ ਭਰਾ ਦਾ। ਅੱਗੇ ਕਹਿੰਦੇ ਆ ਜਿਹੜਾ P is sister of Q। ਜਿਹੜੀ P ਆ ਉਹ ਕੀ ਆ ਭੈਣ ਆ ਕਿਹਦੀ ਭੈਣ ਆ ਸਰ ਕਿਹਦੀ ਭੈਣ ਆ Q ਦੀ। ਕਿਹਦੀ ਭੈਣ ਆ Q ਦੀ। ਉਸ ਤੋਂ ਬਾਅਦ ਕਹਿੰਦੇ T is the brother of S। ਜਿਹੜਾ T ਆ ਉਹ ਭਰਾ ਕਿਹਦਾ S ਦਾ। T ਕੀ ਆ ਬਰਾਦਰ ਹੈ ਕਿਹਦਾ ਗਾ S ਦਾ। ਕਿਹਦਾ ਗਾ S ਦਾ। ਅੱਗੇ ਆਪਾਂ ਨੂੰ ਕਿਹਾ S is the daughter of R। ਤਾਂ ਦੇਖੋ ਅੱਗੇ ਪੁੱਤਰੋ ਆਪਾਂ ਨੂੰ ਕਿਹਾ ਹੋਵੇਗਾ ਜਿਹੜੀ S ਆ S ਦੀ ਆ ਪੁੱਤਰੋ ਆਪਣੇ ਕੋਲੇ ਪੁੱਤਰੀ ਆ ਕਿਹਦੀ R ਦੀ। R ਦੀ ਪੁੱਤਰੀ ਕੌਣ ਹੈ S। R ਦੀ ਪੁੱਤਰੀ ਕੌਣ ਹੈ ਬੱਚੋ S। ਤੇ ਕੀ ਆ ਅੱਗੇ T ਕੀ ਆ ਭਰਾ ਕਿਹਦਾ ਗਾ S ਦਾ। ਇਸ ਤਰ੍ਹਾਂ ਆਪਣੇ ਕੋਲ ਰਿਲੇਸ਼ਨ ਬਣ ਗਿਆ। ਤਾਂ ਅੱਗੇ ਕੀ ਪੁੱਛੇਗਾ ਹਾਊ ਇਜ਼ Q ਰਿਲੇਟਡ ਟੂ T। ਜਿਹੜਾ Q ਆ ਉਹ T ਦਾ ਕੀ ਲੱਗਦਾ। ਜਿਹੜਾ Q ਆ Q ਦੇਖੋ T ਦਾ ਕੀ ਲੱਗਦਾ। ਦੇਖੋ R ਦਾ ਦੇਖੋ ਗਾਂ ਧੀ ਆ R ਦਾ ਕੌਣ ਆ ਪੁੱਤਰ। ਤੇ ਜਿਹੜਾ Q ਆ ਉਹ R ਦਾ ਕੀ ਆ ਬ੍ਰਦਰ। ਜਿਹੜਾ Q ਆ ਉਹ R ਦਾ ਕੀ ਆ ਬ੍ਰਦਰ। ਤਾਂ ਦੇਖੋ ਇਹਦੇ ਕੀ ਆਊਗਾ ਆਪਣੇ ਕੋਲੇ ਆਪਾਂ ਗੱਲ ਕਰੀਏ ਤਾਂ ਦੇਖੋ ਆ ਇਹਦੀ ਮਦਰ ਹੋ ਸਕਦੀ ਹੈ ਜਾਂ ਇਹਦਾ ਫਾਦਰ ਹੋ ਸਕਦਾ ਗਾਂ ਉਹਦਾ ਕੀ ਆ ਬ੍ਰਦਰ ਆ। ਤਾਂ ਆਪਾਂ ਇਹਦੇ ਵਿੱਚ ਜਿਹੜਾ ਰਿਲੇਸ਼ਨ ਆ ਉਹ ਅੰਕਲ ਵਾਲਾ ਲੈਣੇ ਹੁੰਦੇ ਆ ਠੀਕ ਆ। ਚਾਹੇ ਉਹ ਮਾਮੇ ਵਾਲੀ ਸਾਈਡ ਹੋਵੇ ਚਾਹੇ ਉਹ ਚਾਚੇ ਵਾਲੀ ਸਾਈਡ ਹੋਵੇ ਤਾਂ ਅੰਕਲ ਕੀ ਹੋਊਗਾ ਇਹਦੇ ਵਿੱਚ ਆਪਣੇ ਕੋਲ ਰਿਲੇਸ਼ਨ ਆਊਗਾ। ਤਾਂ ਆਪਣਾ ਅੰਕਲ ਕੀ ਦੇਖੋ ਇਹਦੇ ਵਿੱਚ ਪੁੱਛਿਆ ਕੀ ਸੀ ਆਪਣੇ ਕੋਲੇ Q। ਹਾਂ Q ਦੀ ਗੱਲ ਕੀਤੀ ਹੈ Q ਕੀ ਆਊਗਾ ਅੰਕਲ ਠੀਕ ਹੈ। ਤਾਂ ਆਪਣੇ ਕੋਲੇ ਕੀ ਆਊਗਾ A ਵਾਲਾ ਆਨਸਰ ਹੋਊਗਾ। ਉਸ ਤੋਂ ਬਾਅਦ ਆਪਾਂ ਕੀ ਗੱਲ ਕਰਦੇ ਹਾਂ ਦੇਖੋ ਹਾਂ ਇਹਦੇ ਵਿੱਚ ਕੀ ਆਪਣੇ ਕੋਲ ਬੱਚੋ ਮਿਰਰ ਇਮੇਜ ਦੇਖਣੀ ਆ। ਮਿਰਰ ਇਮੇਜ ਦੇ ਵਿੱਚ ਕੀ ਹੁੰਦਾ ਲੈਫਟ ਰਾਈਟ ਹੁੰਦਾਗਾ ਤੇ ਰਾਈਟ ਲੈਫਟ ਹੁੰਦਾ। ਸਿਰਫ ਇੰਨਾ ਹੀ ਚੇਂਜ ਹੁੰਦਾਗਾ। ਤਾਂ ਆਪਣੇ ਕੋਲ D ਆਪਾਂ ਇਹਦੀ ਗੱਲ ਕਰੀਏ ਤਾਂ D ਦਾ ਦੇਖੋ ਮੂੰਹ ਇਧਰਲੀ ਸਾਈਡ ਆ ਤਾਂ ਇਧਰਲੀ ਸਾਈਡ ਕਿੱਧਰ ਹੋਣਾ ਚਾਹੀਦਾ ਇਧਰਲੀ ਸਾਈਡ ਹੋਣਾ ਚਾਹੀਦਾ। D ਦਾ ਮੂੰਹ ਇਧਰਲੀ ਸਾਈਡ ਹੋਣਾ ਚਾਹੀਦਾ ਇਹਦੇ ਵਿੱਚ ਵੀ ਇਧਰਲੀ ਸਾਈਡ ਆ ਠੀਕ ਆ। ਹੁਣ R ਦੇਖੋ ਇਧਰ ਲੈਫਟ ਸਾਈਡ ਆ ਇਹ ਰਾਈਟ ਸਾਈਡ ਸ਼ੋ ਹੋਣੀ ਚਾਹੀਦੀ ਆ। R ਰਾਈਟ ਸਾਈਡ ਆ ਇਧਰ ਵੀ ਰਾਈਟ ਸਾਈਡ ਸ਼ੋ ਹੋ ਰਹੀ ਆ। ਦੇਖੋ ਆ ਤਾਂ ਆਪਾਂ ਲੈ ਨਹੀਂ ਰਹੇ ਆ ਵੀ ਆਪਾਂ ਲੈ ਨਹੀਂ ਰਹੇ। ਅੱਗੇ ਗੱਲ ਕਰਦੇ E इधर लेफ्ट साइड शो अपन को इधर साइड ते दूसरी साइड है इधर भी E ठीक है इधर भी E ठीक है। उस तो बाद अपने को A दी गल करते हैं A अपने को इस तरह रहेगी ठीक है ते इधर भी A अपने को इस तरह रहेगी। उस तो बाद गल करिए अपन M दी M अपने को वाली आ गई M अपने को आ रही है M इधर आ रही है। हुण देखो इत्थे तक तो अपना देखो ये की आ। हुण अगर आप देखिए इस तरह होगा D की आऊगा अगे इहदे विच की आऊगा अपने को D अगे आनी चाहिए अपने को की दूजा वाला आंसर आऊगा तो किहड़ा होगा B वाला क्योंकि D अपने को अगे आनी चाहिए। तो अपना आंसर क्या होगा B वाला। उस तो बाद सेकंड देखते हैं आप ਇਹਦੇ ਵਿੱਚ ਦੇਖੋ A B C ਪਹਿਲਾਂ A B C ਦੇਖੋ A B C D ਨੂੰ ਛੱਡਤਾ ਉਸ ਤੋਂ ਬਾਅਦ ਵਿੱਚੋਂ E ਆ ਗਿਆ E F G H ਨੂੰ ਛੱਡਤਾ H ਤੋਂ ਬਾਅਦ I ਆ ਗਿਆ I J K L ਨੂੰ ਛੱਡ ਕੇ ਆਪਾਂ M N O ਲਵਾਂਗੇ M N O ਲਵਾਂਗੇ ਬੱਚੋ M N ਤੇ O ਆਪਾਂ ਕੀ ਲਵਾਂਗੇ A ਵਾਲਾ ਬੱਚੋ ਇਹਦੇ ਵਿੱਚ ਆਨਸਰ ਲਵਾਂਗੇ। ਆਪਣਾ ਆਨਸਰ ਕੀ ਹੋਊਗਾ A ਵਾਲਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਹਾਂਜੀ ਇਹਦੇ ਵਿੱਚ ਕੀ ਕਿਹਾਗਾ ਕਿ ਕਹਿੰਦੇ ਜੇਕਰ ਆਪਾਂ G E A R ਗੇਰ ਇਹਨੂੰ ਆਪਾਂ ਕੀ ਲਿਖਦੇ ਹਾਂ 59 14 ਤੇ ਉਸ ਤੋਂ ਬਾਅਦ ਰੂਟ R O U T E ਬੱਚੇ ਉਹਨੂੰ ਕੀ ਲਿਖਦੇ ਆਪਾਂ ਇਹਨੂੰ ਲਿਖਦੇ ਆਪਾਂ 47 299 ਠੀਕ ਆ। ਤਾਂ ਹੁਣ ਆਪਾਂ 99 ਤਾਂ ਆਪਾਂ ਗੇਟ ਨੂੰ ਬੱਚੋ ਕੀ ਲਿਖਾਂਗੇ G A T ਨੂੰ ਵੀ ਲਿਖਾਂਗੇ
देखो जी ਨੂੰ ਕਿੰਨਾ ਲੈਤਾ 5, ਜੀ ਕਿੰਨਾ ਬੱਚਿਓ ਆਪਣੇ ਕੋਲੇ 5, ਇਹ ਆਪਣੇ ਕੋਲ 3 ਨੰਬਰ ਤੇ ਕਿੰਨਾ ਬੱਚਿਓ 1, ਇਹਦੇ ਵਿੱਚੋਂ ਹੀ ਆਪਾਂ ਦੇਖ ਲੈਂਦੇ ਆ। ਉਸ ਤੋਂ ਬਾਅਦ ਟੀ ਆਪਣੇ ਕੋਲੇ ਬੱਚਿਓ ਕਿੰਨਾ 8, ਟੀ ਕਿੰਨਾ ਬੱਚਿਓ ਆਪਣੇ ਕੋਲੇ 8। ਉਸ ਤੋਂ ਬਾਅਦ ਈ ਬੱਚਿਓ ਆਪਣੇ ਕੋਲ ਕਿੱਥੇ ਆ ਈ ਕਿੰਨਾ ਗਾ 9, ਤਾਂ ਆਪਣਾ ਕਿੰਨਾ ਹੋਗਾ 51 5189 ਬੱਚਿਓ ਕਿੰਨਾ ਹੋਗਾ 5189। ਬੀ ਵਾਲਾ ਦੇ ਵਿੱਚ ਬੱਚਿਓ ਆਪਣਾ ਆਨਸਰ ਆਊਗਾ, ਆਪਣਾ ਆਨਸਰ ਕੀ ਆਊਗਾ ਇਹਦੇ ਵਿੱਚ ਬੀ ਵਾਲਾ, ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਹਾਂਜੀ, ਇਹ ਵੀ ਆਪਣੇ ਕੋਲ ਕਾਹਦੇ ਵਾਲਾ ਸਵਾਲ ਹੈ, ਡਾਇਰੈਕਸ਼ਨ ਵਾਲਾ। ਦੇਖੋ ਇਹਦੇ ਵਿੱਚ ਕਹਿੰਦੇ ਪਰਸਨ ਇਜ਼ ਰਾਈਟ ਇਨ ਦਾ ਫਰੰਟ ਆਫ ਹਾਊਸ, ਠੀਕ ਆ, ਵਿਚ ਆਫ ਦਾ ਫੋਲੋਇੰਗ ਸਕੁਅਰ ਆਫ ਟਰਨ ਵਿਲ ਬੀ ਰਿਜ਼ਲਟ ਇਨ ਦਾ ਫੇਸਿੰਗ ਹਿਮ ਅਗੇਨ ਇਨ ਦਾ ਫਰੰਟ ਆਫ ਦਾ ਹਾਊਸ। ਕਹਿੰਦੇ ਇੱਕ ਆਦਮੀ ਆਪਣੇ ਘਰ ਤੋਂ ਚੱਲ ਗਿਆ, ਕਹਿੰਦੇ ਉਹ ਕਿਵੇਂ ਮੁੜੇ ਕਿ ਦੁਬਾਰਾ ਉਹਦਾ ਮੂੰਹ ਉਧਰਲੀ ਸਾਈਡ ਹੋ ਜਾਏ। ਹੁਣ ਆਪਾਂ ਗੱਲ ਕਰੀਏ, ਜੇ ਦੇਖੋ ਕੋਈ ਵਿਅਕਤੀ ਇਸ ਤਰ੍ਹਾਂ, ਜੇ ਉਹ ਉੱਤਰ ਵੱਲ ਦੇਖ ਰਿਹਾ ਬੱਚੋ, ਇੱਧਰ ਨੂੰ ਦੇਖ ਰਿਹਾ ਹੈਗਾ, ਠੀਕ ਆ, ਜੇ ਦੁਬਾਰਾ ਉਹ ਕਿੰਨੇ ਵਾਰੀ ਮੁੜੇ ਕਿ ਦੁਬਾਰਾ ਇੱਧਰ ਨੂੰ ਦੇਖੂਗਾ। ਜੇ ਉਹ ਬੱਚੋ 4 ਵਾਰੀ ਆਪਦੇ ਖੱਬੇ ਮੁੜ ਜੇ, 1 ਵਾਰੀ 2 ਵਾਰੀ 3 ਵਾਰੀ 4 ਵਾਰੀ, ਤਾਂ ਉਸੇ ਡਾਇਰੈਕਸ਼ਨ ਚਲਾ ਜਾਊਗਾ। ਚਾਹੇ ਉਹ 4 ਵਾਰੀ ਆਪਦੇ ਸੱਜੇ ਮੁੜ ਜੇ, 1 ਵਾਰੀ 2 ਵਾਰੀ 3 ਵਾਰੀ 4 ਵਾਰੀ, ਤਾਂ ਵੀ ਉਹੀ ਡਾਇਰੈਕਸ਼ਨ ਤੇ ਚਲਾ ਜਾਊਗਾ। ਜੇਕਰ ਕੋਈ ਬੰਦਾ 4 ਵਾਰੀ ਆਪਣੇ ਖੱਬੇ ਹੱਥ ਮੁੜ ਜੇ ਜਾਂ 4 ਵਾਰੀ ਸੱਜੇ ਹੱਥ ਮੁੜ ਜੇ, ਤਾਂ ਉਸੇ ਹੀ ਦਿਸ਼ਾ 'ਚ ਚਲਾ ਜਾਂਦਾਗਾ। ਇਹਦੇ ਵਿੱਚ 4 ਵਾਰੀ ਸੱਜੇ ਤੇ 4 ਖੱਬੇ ਦੋਵੇਂ ਸਹੀ ਹੈ, ਤਾਂ ਆਪਣਾ ਬੱਚੋ ਇਹਦੇ ਵਿੱਚ ਸੀ ਵਾਲਾ ਆਨਸਰ ਆਊਗਾ। ਕਿਹੜਾ ਆਨਸਰ ਆਊਗਾ? ਸੀ ਵਾਲਾ ਆਪਣੇ ਕੋਲੇ ਆਨਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ, what will be the angle। ਦੇਖੋ ਕੋਣ ਦੀ ਗੱਲ ਕੀਤੀ ਆ, ਇਹਦੇ ਵਿੱਚ ਜਦੋਂ ਟਾਈਮ ਹੋਊਗਾ 4:20, ਇਹਦੇ ਵਿੱਚ 4:20 ਹੋ ਗਏ, ਤਾਂ ਘੜੀ ਦੇ ਵਿੱਚ ਮਿੰਟ ਵਾਲੀ ਸੂਈ ਤੇ ਘੰਟੇ ਵਾਲੀ ਸੂਈ ਦੇ ਵਿੱਚ ਕਿੰਨੇ ਦਾ ਕੋਣ ਬਣੂਗਾ। ਤਾਂ ਆਪਣੇ ਕੋਲ ਇੱਕ ਫਾਰਮੂਲਾ ਸੀ, ਜਿਹੜਾ ਕੋਣ ਹੁੰਦਾਗਾ ਉਹ ਕਿੰਨਾ ਹੁੰਦਾ 30h। ਬੱਚਿਓ ਕਿੰਨਾ ਹੁੰਦਾ 30h ਮੀਨਸ 11/2 ਮਿੰਟ। ਬੱਚਿਓ ਕਿੰਨਾ ਹੁੰਦਾ 11/2 ਮਿੰਟ। ਤਾਂ ਆਪਾਂ ਲਿਖਾਂਗੇ ਐਂਗਲ ਕਿੰਨਾ ਆਪਣੇ ਕੋਲੇ 30 ਗੁਣਾ ਕਿੰਨਾ ਲਿਖਾਂਗੇ h ਕਿੰਨਾ ਬੱਚਿਓ 4 ਘੰਟੇ ਮੀਨਸ 11/2 ਕਿੰਨਾ ਇਨਟੂ b। ਕੈਂਸਲ ਕਰਾਂਗੇ ਬੱਚਿਓ ਕਿੰਨਾ ਆ ਗਿਆ 10, ਕਿੰਨਾ ਆ ਗਿਆ 120 ਦੇ ਵਿੱਚ ਮਾਈਨਸ ਕਰਾਂਗੇ 110, ਤਾਂ ਕਿੰਨਾ ਆ ਗਿਆ ਬੱਚਿਓ 10 ਡਿਗਰੀ। ਤਾਂ ਆਨਸਰ ਕਿੰਨਾ ਹੋਊ ਬੱਚਿਓ ਆਪਣੇ ਕੋਲੇ 10 ਡਿਗਰੀ। ਤਾਂ 10 ਡਿਗਰੀ ਆਪਣੇ ਕੋਲੇ ਬੱਚਿਓ ਆ ਵਾਲਾ ਆਨਸਰ, ਇਹ ਬੱਚਿਓ ਡਿਗਰੀ ਆਪਣੇ ਕੋਲੇ 10 ਡਿਗਰੀ। ਤਾਂ ਆਪਣਾ ਆਨਸਰ ਕਿੰਨਾ ਹੋਊ ਬੱਚਿਓ 10 ਡਿਗਰੀ। ਅੱਗੇ ਦੇਖਦੇ ਆਪਾਂ, ਦੇਖੋ ਸਾਰੀਆਂ ਬੱਚਿਓ ਡਿਗਰੀਆਂ ਨੇ, ਆ ਵੀ ਸਾਰੀਆਂ ਬੱਚਿਓ ਡਿਗਰੀਆਂ ਨੇ, ਠੀਕ ਹੈ, ਇਹ ਆਪਣੇ ਕੋਲ ਕੀ ਨੇ ਡਿਗਰੀਆਂ। ਤਾਂ ਆਪਣਾ ਆਨਸਰ ਕੀ ਹੋਊਗਾ 10 ਡਿਗਰੀ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ 71 ਨੰਬਰ ਦੇ ਵਿੱਚ। ਇਹ ਕਹਿੰਦੇ ਇਫ, ਕਹਿੰਦੇ ਜੇਕਰ ਜੂਨ 24 ਬੱਚਿਓ ਜੂਨ 24 2021 ਨੂੰ ਕੀ ਆ ਵੀਰਵਾਰ ਸੀ ਬੱਚਿਓ, ਕੀ ਦੇਣਾ ਵੀਰਵਾਰ। ਜੂਨ 24 2021 ਨੂੰ ਕੀ ਦੇਣਾ ਵੀਰਵਾਰ। ਤਾਂ ਵਟ ਵਿਲ ਬੀ ਡੇ ਵੀਕ ਕਿੰਨੇ ਨੂੰ 24 ਜੂਨ ਆਪਾਂ ਬੱਚਿਓ 24 ਹੀ ਲੈਣੀ ਆ, ਪਰ ਕੀ ਹੈ 2019 ਦੀ ਗੱਲ ਕਰੀਏ, 2019 ਦੀ ਗੱਲ ਕਰੀਏ। ਦੇਖੋ 21 ਤੇ 19 ਦੇ ਵਿੱਚ ਬੱਚਿਓ 2 ਸਾਲਾਂ ਦਾ ਫਰਕ ਹੈ। ਕਿੰਨੇ ਸਾਲਾਂ ਦਾ ਗਾ 2 ਸਾਲਾਂ ਦਾ ਫਰਕ ਹੈ। ਇਹਦੇ ਵਿੱਚ ਬੱਚਿਓ ਇੱਕ 20 ਸਾਲ ਆ ਗਏ, 2020 ਆ ਗਿਆ। 2020 ਬੱਚਿਓ ਕਾਹਦਾ ਆ ਗਿਆ ਲੀਫ ਦਾ ਸਾਲ ਆ ਗਿਆ। ਕਾਹਦਾ ਸਾਲ ਆ ਗਿਆ ਲੀਫ ਦਾ ਸਾਲ। ਤਾਂ 2 ਸਾਲਾਂ ਦੇ ਵਿੱਚ ਇੱਕ ਨਾਰਮਲ ਸਾਲ ਆ ਗਿਆ, ਇੱਕ ਬੱਚਿਓ ਨਾਰਮਲ ਸਾਲ ਆ ਗਿਆ, ਇੱਕ ਬੱਚਿਓ ਲੀਫ ਦਾ ਸਾਲ ਆ ਗਿਆ। ਨਾਰਮਲ ਸਾਲ ਦੇ ਨਾਲ 1 ਦਿਨ ਦਾ ਫਰਕ ਪੈਂਦਾ ਹੁੰਦਾ, ਨਾਰਮਲ ਸਾਲ ਦੇ ਨਾਲ 1 ਦਿਨ ਦਾ ਫਰਕ ਪੈਂਦਾ। ਲੀਫ ਦੇ ਸਾਲ ਨਾਲ ਕਿੰਨੇ ਦਿਨਾਂ ਦਾ ਫਰਕ ਪੈਂਦਾ 2 ਦਿਨਾਂ ਦਾ। ਟੋਟਲ ਕਿੰਨੇ ਦਿਨਾਂ ਦਾ ਫਰਕ ਪੈ ਗਿਆ ਬੱਚਿਓ 3 ਦਿਨਾਂ ਦਾ। ਟੋਟਲ ਕਿੰਨੇ ਦਿਨਾਂ ਦਾ 3 ਦਿਨਾਂ ਦਾ। ਹੁਣ ਆਪਾਂ ਪਿੱਛੇ ਜਾ ਰਹੇ ਹਾਂ 21 ਤੋਂ ਕਿੱਥੇ ਜਾ ਰਹੇ ਹਾਂ ਆਪਾਂ 19 ਦੇ ਵਿੱਚ, ਤਾਂ 3 ਦਿਨ ਬੱਚਿਓ ਆਪਾਂ ਪਿੱਛੇ ਚਲੇ ਜਾਵਾਂਗੇ। 3 ਦਿਨ ਪਿੱਛੇ ਜਾਵਾਂਗੇ ਤਾਂ ਦੇਖੋ ਵੀਰਵਾਰ ਤੋਂ ਪਿੱਛੇ ਜਾਵਾਂਗੇ 1 ਦਿਨ ਤਾਂ ਬੁੱਧਵਾਰ ਆਊਗਾ, 2 ਦਿਨ ਜਾਵਾਂਗੇ ਤਾਂ ਬੱਚਿਓ ਮੰਗਲਵਾਰ ਆਊਗਾ, 3 ਦਿਨ ਜਾਵਾਂਗੇ ਤੇ ਬੱਚਿਓ ਕੀ ਆਊਗਾ ਸੋਮਵਾਰ। ਤਾਂ ਬੱਚਿਓ ਆਪਣਾ ਸੋਮਵਾਰ ਆਨਸਰ ਆਊਗਾ। ਸੋਮਵਾਰ ਬੱਚਿਓ ਆਪਣਾ ਆਨਸਰ ਆਊਗਾ। ਆਪਣਾ ਆਨਸਰ ਕੀ ਹੋਊਗਾ ਬੱਚਿਓ ਸੋਮਵਾਰ। ਬੀ ਵਾਲਾ ਆਪਣਾ ਬਿਲਕੁਲ ਸਹੀ ਆਨਸਰ। ਆਪਣਾ ਆਨਸਰ ਕੀ ਹੋਊਗਾ ਬੱਚਿਓ ਸੋਮਵਾਰ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਦੇਖੋ ਆਪਣੇ ਕੋਲ ਇੱਕ ਨੰਬਰ ਸੀਗਾ 22 ਤੋਂ ਬਾਅਦ 44। ਦੇਖੋ 22 ਆ, 22 ਤੋਂ ਬਾਅਦ ਬੱਚਿਓ ਕਿੰਨੇ ਬਣ ਗਏ 44, ਤਾਂ 2 ਨਾਲ ਗੁਣਾ ਹੋਈ ਹੋਊਗੀ। 44 ਤੋਂ ਬਾਅਦ ਬੱਚਿਓ ਕਿੰਨੇ ਬਣ ਗਏ 88, ਜੇ 88 ਬਣ ਗਏ ਬੱਚਿਓ ਫਿਰ 2 ਦੇ ਨਾਲ ਗੁਣਾ ਹੋਈ ਹੋਊਗੀ। 88 ਤੋਂ ਬਾਅਦ ਬੱਚਿਓ ਕਿੰਨੇ ਬਣ ਗਏ 176, ਇਹ ਵੀ 2 ਨਾਲ ਗੁਣਾ ਹੋਈ ਆ। ਅੱਗੇ ਵੀ ਬੱਚਿਓ 2 ਦੇ ਨਾਲ ਗੁਣਾ ਹੋਈ, ਕਿੰਨਾ ਆ ਗਿਆ 12, 14 ਤੇ 1 15 ਆ ਗਿਆ, ਤਾਂ ਕਿੰਨਾ ਆ ਗਿਆ 3। ਤਾਂ ਬੱਚਿਓ ਆਪਣੇ ਕੋਲ ਕਿੰਨਾ ਹੋਊਗਾ 352। ਆਪਣਾ ਬੱਚਿਓ ਆਨਸਰ ਕਿੰਨਾ ਹੋਊਗਾ ਬੀ ਵਾਲਾ 352 ਆਪਣਾ ਬਿਲਕੁਲ ਸਹੀ ਆਨਸਰ ਆ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ 77 ਨੰਬਰ ਦੇ ਵਿੱਚ। ਇਹ ਵੀ ਆਪਣੇ ਕੋਲ ਨੰਬਰ ਸੀ ਜਾਂ ਇਹਦੇ ਵਿੱਚ ਦੇਖੋ 49 ਤੋਂ ਬਾਅਦ ਬੱਚਿਓ 57 ਤੋਂ ਬਾਅਦ ਕਿੰਨਾ ਗਾ 65 ਤੋਂ ਬਾਅਦ ਬੱਚਿਓ 73। ਤਾਂ ਦੇਖੀਏ ਕੀ ਫਰਕ ਹੈ ਬੱਚਿਓ, ਇੱਥੇ ਕਿੰਨੇ ਦਾ ਫਰਕ ਹੈ। ਤੇ ਆਪਾਂ ਗੱਲ ਕਰੀਏ 8 ਦਾ, ਇੱਥੇ ਬੱਚਿਓ ਕਿੰਨੇ ਦਾ ਫਰਕ ਹੈ ਆਪਣੇ ਕੋਲੇ, ਇੱਥੇ ਬੱਚਿਓ ਆਪਣੇ ਕੋਲੇ 8 ਦਾ ਫਰਕ ਹੈ। ਇੱਥੇ ਬੱਚਿਓ ਕਿੰਨੇ ਦਾ 8 ਦਾ ਫਰਕ ਹੈ। ਤਾਂ ਅੱਗੇ ਵੀ ਬੱਚਿਓ 8 ਦਾ ਫਰਕ ਹੋਊਗਾ। 8 ਜੋੜਨਗੇ, ਜੇ ਆਪਾਂ 8 ਜੋੜਾਂਗੇ ਤਾਂ ਕਿੰਨਾ ਬਣੂਗਾ 81।
8 जोड़ांगे तो कितना बनूगा बच्चों को अपने को 81 बी वाला बिल्कुल अपना सही आंसर होगा। अपना आंसर की होगा बच्चों बी वाला 81 अपना आंसर होगा। उस तो बाद ਆਪਾਂ ਕੀ ਗੱਲ ਕਰਦੇ ਹਾਂ क्वेश्चन नंबर 74 ਇਹਦੇ ਵਿੱਚ ਕੀ ਗਿਆ कि देखो ਜਿਹੜੀ आशा इज टेलर देन ਬੱਬੂ। देखो अपने को एक ऑर्डर ਦਾ ਸਵਾਲ ਦਿੱਤਾ ਹੋਏਗਾ कि ਜਿਹੜੀ आशा की ਆਪਾਂ ਲਿਖ ਲਈ आशा ठीक है ਉਹ ਕੀ ਆ ਉਹ ਲੰਬੀ ਆ की तो लंबी है ਬੱਬੂ तो। देखो ਆਪਾਂ जिधर लंबी है उधर मुंह बोलता उधर बड़ी शो करते ਆਪਾਂ की तो लंबी है पुत्रो हो ਬੱਬੂ तो ਬੱਬੂ लिख लिया ਆਪਾਂ ठीक है। ਅੱਗੇ ਬੱਚੋ ਕੀ ਗੱਲ ਕੀਤੀ ਹੋਈ ਆ पर चेतन नालों छोटी है। चेतना कोई ਉਹਦੇ ਨਾਲ ਕੀ ਹੈ ਛੋਟੀ ਆ। ਆਸਾ ਚੇਤਨ ਨੂੰ ਕੀ ਹੋਗੀ ਛੋਟੀ ਕਿਉਂ ਉਹਨਾਂ ਦੇ ਵਿਚਾਲੇ ਆ ਗਈ चेतन तो की है बच्चों छोटी आ। ਅੱਗੇ ਕੀ ਕਹਿਣਾ डिंपल ईशा तो लंबी है। ਜਿਹੜੀ डिंपल आ बच्चों ईशा तो लंबी है की तो लंबी है ईशा तो लंबी है जो कि चेतन तो लंबी है। तो देखो ਜਿਹੜੀ डिंपल आ बच्चों ईशा तो लंबी है ईशा की है चेतन तो लंबी है ईशा ठीक है। ईशा चेतन तो लंबी है चेतन तो लंबी कौन है डिंपल बच्चों ਇਹਦੇ ਸਾਰਿਆਂ ਨੂੰ ਵੱਧ ਲੰਬੀ ਆ ਰਹੀ ਹੈ। ਜਿਹੜੀ डिंपल ਆ बच्चों ਸਾਰਿਆਂ ਨੂੰ ਵੱਧ लंबी आ रही है। अपना बी वाला आंसर है ठीक है अपने कोले बी वाला आंसर है। देखो आशा की है अपने कोले ਬੱਬੂ तो लंबी है चेतन तो छोटी है दोनों के विचाले आ गई। ਅੱਗੇ ਗਿਆ ਜਿਹੜੀ ईशा तो लंबी कौन है डिंपल ਤੇ ਜਿਹੜੀ ईशा की ऊंचाई चेतन तो लंबी है ईशा चेतन तो लंबी है ਤੇ ईशा तो लंबी कौन है डिंपल। तो अपना बच्चों ਦੇ ਵਿੱਚ आंसर ਕੀ ਹੋਗਾ बी वाला ਇਹ ਚ ਆਪਣਾ ਬਿਲਕੁਲ ਸਹੀ ਆਂਸਰ ਆਗਾ। ਉਸ ਤੋਂ ਬਾਅਦ ਆਪਾਂ ਕੀ ਗੱਲ ਕਰੀਏ क्वेश्चन नंबर 75 देखो ਇਹਦੇ ਵਿੱਚ ਕੀ ਕਿਹਾ ਬੱਚੋ 209 ਦਾ 8% बटा कितना लाता 100 कितना घटाना बच्चों 8% बटा 100 लाता। देखो 8 वाली 64 9 72 ठीक है। उस बाद 8 कितना आ गया 16 बटा कितना बच्चों 100 का 16.72 बच्चों अपना आंसर आऊगा 16.72 अपना बच्चों आंसर आऊगा। तो ਇਹਦੇ ਵਿੱਚ अपना बी वाला बिल्कुल सही आंसर ਆ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ठीक है जी। हाँ जी बच्चों ਜਿਹੜੇ ਆਪਣੇ ਰੀਜ਼ਨਿੰਗ ਤੇ ਮੈਥ ਦੇ ਸਮ ਸੀ ਉਹ ਆਪਾਂ ਕੰਪਲੀਟ ਕਰ ਲਏ। ਇਹਦਾ ਆਪਣਾ ਮੌਕ ਨੰਬਰ ਸੀ ਮੌਕ ਟੈਸਟ ਨੰਬਰ ਬੱਚਿਓ ਮੌਕ ਟੈਸਟ ਨੰਬਰ ਕਿੰਨਾ ਸੀ ਬੱਚਿਓ ਆਪਣਾ ਸੈਕਿੰਡ 2 ਠੀਕ ਹੈ। 2 ਨੰਬਰ ਮੌਕ ਟੈਸਟ ਦੀ ਜਿਹੜਾ ਇਹਦੀ ਆਪਣੀ ਹਾਰਡ ਕਾਪੀ ਆ ਉਹ ਤੁਹਾਨੂੰ ਆਪਣੇ ਲਿੰਕ ਦੇ ਵਿੱਚ ਮਿਲ ਜੂਗੀ ਪੀਡੀਐਫ ਤੁਸੀਂ ਉਹ ਤੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ। ਆਪਣਾ ਟੈਲੀਗ੍ਰਾਮ ਦਾ ਲਿੰਕ ਵੀ ਮਿਲੂਗਾ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਦੇਖਣ ਲਈ ਬੱਚਿਓ ਥੈਂਕ ਯੂ।